ਗੁਰ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ, ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ ਉਪਰੰਤ। ਬਾਣੀ ਦੇ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਪੰਜਵਾ। ਚਰਨ ਠਾਕੁਰ ਕੇ ਹਿਰਦੈ ਸਮਾਣੇ, ਕਲ ਕਲੇਸ਼ ਸਭ ਦੂਰ ਪਿਆਣੇ। ਚਰਨ ਠਾਕੁਰ ਕੇ ਹਿਰਦੈ ਸਮਾਣੇ, ਕਲ ਕਲੇਸ਼ ਸਭ ਦੂਰ ਪਿਆਣੇ। ਸ਼ਾਂਤ ਸੁਖ ਸਹਿਜ ਧੁਨ ਉਪਜੀ, ਸਾਧੂ ਸੰਗ ਨਿਵਾਸਾ ਜੀਓ। ਸ਼ਾਂਤ ਸੁਖ ਸਹਿਜ ਧੁਨ ਉਪਜੀ, ਸਾਧੂ ਸੰਗ ਨਿਵਾਸਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਛਤਰ ਚਬਰ ਤਖਤ ਦੇ ਮਾਲਕ, ਹਲਤ ਪਲਤ ਕੇ ਰੱਖਿਅਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 105 ਉੱਪਰ ਸੁਭਾਏਮਾਨ ਤੀਸਰਾ ਸ਼ਬਦ ਪਿਛਲੇ ਦਿਨੀ ਬਖਸ਼ਿਸ਼ ਕਰ ਰਹੇ ਸੀ ਸਤਿਗੁਰੂ ਪਾਤਸ਼ਾਹ ਕਿ ਜਿਨ੍ਹਾਂ ਘਰਾਂ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ ਉਹ ਘਰ ਹੀ ਸ਼ੋਭਦੇ ਹੈ, ਸੋਹਣੇ ਲੱਗਦੇ ਹਨ। ਤੇ ਹੋਰ ਪਰਮੇਸ਼ਰ ਦੇ ਸਿਮਰਨ ਦਾ ਕੀ ਫਾਇਦਾ ਹੁੰਦਾ ਹੈ? ਜਿਨ੍ਹਾਂ ਹਿਰਦਿਆਂ ਦੇ ਵਿੱਚ, ਜਿਨ੍ਹਾਂ ਹਿਰਦੇ ਰੂਪੀ ਘਰਾਂ ਦੇ ਵਿੱਚ ਪਰਮੇਸ਼ਰ ਦੇ ਚਰਨ ਵਸ ਜਾਂਦੇ ਹਨ। ਅਸੀਂ ਕਈ ਵਾਰੀ ਬੇਨਤੀ ਕਰਦੇ ਹਾਂ, ਮਹਾਰਾਜ ਸਾਡੇ ਘਰ ਚਰਨ ਪਾਓ। ਅਸੀਂ ਕੇਵਲ ਤੇ ਕੇਵਲ ਆਪਣੇ ਸੰਸਾਰੀ ਰੂਪ ਮਿੱਟੀ ਦੇ ਘਰਾਂ ਵਿੱਚ, ਕੋਠੀਆਂ ਵਿੱਚ, ਮਹਿਲਾਂ ਵਿੱਚ ਤਾਂ ਚਰਨ ਪਵਾ ਲੈਂਦੇ ਹਾਂ, ਪਰ ਹਿਰਦੇ ਵਿੱਚ ਪਵਾਉਣ ਨੂੰ ਤਿਆਰ ਨਹੀਂ। ਮਤਲਬ ਕਿ ਗੁਰੂ ਨੂੰ ਹਿਰਦੇ ਵਿੱਚ ਵਸਾਉਣ ਦੀ ਲੋੜ ਹੈ। ਕਈ ਵਾਰੀ ਇੱਦਾਂ ਵੀ ਦੇਖਦੇ ਹਾਂ, ਜਦੋਂ ਕਿਸੇ ਦੇ ਘਰ ਮਹਾਰਾਜ ਜੀ ਗਏ, ਅਖੰਡ ਪਾਠ ਸਹਿਜ ਪਾਠ ਦਾ ਭੋਗ ਪਾਇਆ ਤੇ ਵੇਖਾ ਵਾਕਈ ਲੋਕ ਕਹਿੰਦੇ ਬਾਬਾ ਜੀ ਇਹ ਮਹਾਰਾਜ ਜੀ ਨੂੰ ਸਾਡੇ ਇਸ ਕਮਰੇ ਵਿੱਚ ਵੀ ਲਗਾ ਦਿਓ। ਜਦੋਂ ਵਾਪਸ ਆਉਂਦੇ ਸਤਿਗੁਰੂ ਮੰਜੀ ਸਾਹਿਬ ਤੇ ਬਿਰਾਜਮਾਨ, ਸਿਰ ਤੇ ਸਿੰਘ ਨੇ ਚੱਕੇ ਹੁੰਦੇ ਮਹਾਰਾਜ ਦੇ ਸਰੂਪ, ਪਰਿਵਾਰ ਵਾਲੇ ਸਾਰੇ ਕਮਰਿਆਂ ਵਿੱਚ ਦੀ ਗੇੜਾ ਦਵਾ ਦਿੰਦੇ ਆ। ਪਰਿਵਾਰ ਵਾਲੇ ਕਹਿੰਦੇ ਜੀ ਸਾਡੇ ਇਸ ਘਰ ਕਮਰੇ ਵਿੱਚ ਦੀ ਵੀ ਟਪਾ ਦਿਓ, ਇਸ ਕਮਰੇ ਵਿੱਚ ਦੀ ਵੀ ਟਪਾ ਦਿਓ, ਇਸ ਕਮਰੇ ਵਿੱਚ ਦੀ ਵੀ ਲੰਘ ਜਾਓ। ਕਮਰਿਆਂ ਵਿੱਚੋਂ ਤਾਂ ਅਸੀਂ ਮਹਾਰਾਜ ਨੂੰ ਲੰਘਾ ਲੈਂਦੇ ਹਾਂ ਸਿਰ ਤੇ ਚੱਕ ਕੇ, ਪਰ ਸਤਿਗੁਰੂ ਇਹ ਨਹੀਂ ਕਹਿੰਦੇ ਸਾਨੂੰ ਕਿ ਅਸੀਂ ਕਰਮਕਾਂਡ ਪਖੰਡ ਹੀ ਕਰੀ ਜਾਈਏ। ਸਤਿਗੁਰੂ ਇਸ ਬਾਣੀ ਨੂੰ ਹਿਰਦੇ ਵਿੱਚ ਚਰਨ ਪਵਾਉਣ ਦੀ ਗੱਲ ਕਰਦੇ ਆ। ਇਹ ਪਵਿੱਤਰ ਬਾਣੀ ਪਰਮੇਸ਼ਰ ਦਾ ਸਰੂਪ ਹੈ। ਇਹ ਬਾਣੀ ਹੀ ਪਰਮੇਸ਼ਰ ਦਾ ਮੁੱਖ ਹੈ, ਬਾਣੀ ਹੀ ਪਰਮੇਸ਼ਰ ਦਾ ਸੂਖਮ ਰੂਪ ਹੈ, ਬਾਣੀ ਹੀ ਪਰਮੇਸ਼ਰ ਦਾ ਚਰਨ ਹੈ, ਔਰ ਬਾਣੀ ਹੀ ਪਰਮੇਸ਼ਰ ਦਾ ਸਾਰਾ ਕੁਝ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਮਾਨੋ ਇਹ ਬਾਣੀ ਪਰਮੇਸ਼ਰ ਹੈ। ਪਰ ਸੰਸਾਰੀ ਤੌਰ 'ਤੇ ਕਰਮਕਾਂਡ ਤਾਂ ਅਸੀਂ ਸਾਰੇ ਕਰ ਲੈਂਦੇ ਹਾਂ, ਪਰ ਜਦੋਂ ਗੱਲ ਆਉਂਦੀ ਹੈ ਹਿਰਦੇ ਵਿੱਚ ਵਸਾਉਣ ਦੀ, ਉਦੋਂ ਕੋਈ ਵਿਰਲਾ ਹੀ ਨਿਕਲਦਾ।
ਹਿਰਦੇ ਵਿੱਚ ਕੋਈ ਵਿਰਲਾ ਹੀ ਬਿਠਾਉਂਦਾ ਸਤਿਗੁਰਾਂ ਨੂੰ, ਨਹੀਂ ਤਾਂ ਕੇਵਲ ਤੇ ਕੇਵਲ ਬਾਹਰੀ ਤੌਰ 'ਤੇ ਲੋਕਾਚਾਰੀ ਅਸੀਂ ਸਾਰੀਆਂ ਨੀਤਾਂ ਨਿਭਾਉਂਦੇ ਹਾਂ। ਤੇ ਗੱਲ ਬਣਨੀ ਹੈ ਗੁਰਬਾਣੀ ਨੂੰ ਹਿਰਦੇ ਵਿੱਚ ਵਸਾਇਆ। ਅੱਜ ਦਾ ਜੋ ਵਚਨ ਹੈ, ਜਦੋਂ ਇਹ ਬਾਣੀ ਸਾਡੇ ਹਿਰਦੇ ਵਿੱਚ ਵਸ ਗਈ, ਬੰਦੇ ਵਿੱਚ ਬਦਲਾਅ ਆ ਗਿਆ, ਬੰਦਾ ਕਨਵਰਟ ਹੋ ਗਿਆ, ਬੰਦੇ ਦੀ ਸੋਚ ਬਦਲ ਗਈ, ਬੰਦੇ ਦਾ ਸੁਭਾਅ ਬਦਲ ਗਿਆ, ਫਿਰ ਸਮਝੋ ਇਹ ਬਾਣੀ ਸਾਡੇ ਹਿਰਦੇ ਵਿੱਚ ਬੈਠ ਗਈ। ਤੇ ਉਸ ਦਾ ਫਾਇਦਾ ਕੀ ਹੋਇਆ? ਅੱਜ ਦੇ ਸ਼ਬਦ ਵਿੱਚ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਮਾਝ ਮਹੱਲਾ ਪੰਜਵਾ। ਚਰਨ ਠਾਕੁਰ ਕੇ ਹਿਰਦੈ ਸਮਾਣੇ। ਜਦੋਂ ਮਾਲਕ ਦੇ ਚਰਨ ਹਿਰਦੇ ਵਿੱਚ ਵਸ ਗਏ, ਭਾਵ ਇਹ ਪਵਿੱਤਰ ਬਾਣੀ ਹਿਰਦੇ ਵਿੱਚ ਵਸ ਗਈ। ਕਿਉਂਕਿ ਚਰਨ ਪੈਰਾਂ ਨੂੰ ਕਹਿੰਦੇ ਆ। ਹੁਣ ਇੱਥੇ ਕਿਸੇ ਸਰੀਰ ਦੇ ਪੈਰਾਂ ਦੀ ਗੱਲ ਨਹੀਂ ਕੀਤੀ, ਉਹ ਵੀ ਠੀਕ ਹੈ, ਪਰਮੇਸ਼ਰ ਦੇ ਪਿਆਰੇ ਘਰ ਵਿੱਚ ਆਉਂਦੇ ਆ, ਭਲਾ ਹੁੰਦਾ ਹੈ, ਪਰ ਉਹਨਾਂ ਦੇ ਆਉਣ ਦਾ ਵੀ ਤਾਂ ਫਾਇਦਾ ਹੋਣਾ ਸਾਨੂੰ ਜੇ ਉਹਨਾਂ ਦੀ ਗੱਲ ਮੰਨੀ ਜਾਵੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਦੋਂ ਸਿੱਖ ਦੇ ਜੀਵ ਦੇ ਮਨੁੱਖ ਦੇ ਹਿਰਦੇ ਵਿੱਚ ਹਰੀ ਦੇ ਚਰਨ ਵਸ ਗਏ, ਭਾਵ ਹਰੀ ਦੀ ਬਾਣੀ ਵਸ ਗਈ, ਤਾਂ ਫਿਰ ਉਹਦਾ ਕੀ ਫਾਇਦਾ ਹੋਇਆ? ਕਲ ਕਲੇਸ਼ ਸਭ ਦੂਰ ਪਿਆਣੇ। ਜੋ ਕਲ ਦਾ ਮਤਲਬ ਕਲਯੁੱਗ ਵੀ ਕਹਿੰਦੇ ਆ। ਕਲ ਦਾ ਦੂਸਰਾ ਅਰਥ ਹੈ ਸਾਡੀਆਂ ਇੰਦਰੀਆਂ, ਸਾਡੀਆਂ ਅੱਖਾਂ, ਸਾਡੇ ਕੰਨ, ਸਾਡੀ ਨਾਸਿਕਾ, ਸਾਡੀ ਜੀਭਾ, ਸਾਡੀ ਬੁੱਧੀ, ਸਾਡਾ ਦਿਮਾਗ, ਸਾਡੇ ਹੱਥ ਪੈਰ। ਇਹਨਾਂ ਸਾਰਿਆਂ ਦੇ ਵਿੱਚ ਜਿਹੜੇ ਕਲੇਸ਼ ਪੈਦਾ ਹੁੰਦੇ ਆ, ਉਹ ਵੀ ਦੂਰ ਭੱਜ ਜਾਣਗੇ ਜਦੋਂ ਅੰਦਰ ਹਰੀ ਦਾ ਵਾਸਾ ਹੋ ਗਿਆ, ਜਦੋਂ ਹਰੀ ਦੇ ਨਾਮ ਦਾ ਵਾਸਾ ਹੋ ਗਿਆ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਕਿ ਜਦੋਂ ਹਿਰਦੇ ਦੇ ਵਿੱਚ ਹਰੀ ਦੇ ਚਰਨ ਵਸ ਗਏ, ਕਲ ਕਲੇਸ਼ ਸਭ ਦੂਰ ਪਿਆਣੇ। ਤਾਂ ਜੋ ਕਲਯੁਗ ਦੇ ਕਲੇਸ਼ ਹਨ, ਭਾਵ ਜੀਵ ਨੂੰ ਦੁੱਖ ਮਿਲਦੇ ਹਨ, ਉਹ ਵੀ ਖਤਮ ਹੋ ਜਾਂਦੇ ਹੈ। ਸ਼ਾਂਤ ਸੂਖ ਸਹਿਜ ਧੁਨ ਉਪਜੀ, ਸਾਧੂ ਸੰਗ ਨਿਵਾਸਾ ਜੀਓ। ਹਿਰਦੇ ਵਿੱਚ ਸ਼ਾਂਤੀ, ਸੁਖ, ਸਹਿਜ ਅਵਸਥਾ, ਸਹਿਜ ਧੁਨ, ਪਰਮੇਸ਼ਰ ਦੇ ਨਾਮ ਦੀ ਆਵਾਜ਼। ਧੁਨ ਹੁੰਦੀ ਹੈ ਆਵਾਜ਼, ਤੇ ਸਹਿਜ ਆਵਾਜ਼ ਕਾਹਦੀ ਹੈ? ਪਰਮੇਸ਼ਰ ਦੀ ਬਾਣੀ ਦੀ। ਸਾਡੇ ਹਿਰਦੇ ਵਿੱਚ ਹਰੀ ਦੇ ਨਾਮ ਦੀ ਧੁਨੀ ਪੈਦਾ ਹੋ ਗਈ। ਕਦੋਂ? ਜਦੋਂ ਗੁਰੂ ਦੇ ਪਿਆਰਿਆਂ ਦੀ ਸੰਗਤ ਕੀਤੀ। ਸਾਧੂ ਸੰਗ ਨਿਵਾਸਾ ਜੀਓ। ਜਦੋਂ ਸਾਰੇ ਸਾਧੂਆਂ ਦੀ ਸੰਗਤ ਹੋਈ, ਗੁਰੂ ਪਿਆਰਿਆਂ ਦੀ ਸੰਗਤ ਹੋਈ, ਸੰਗਤ ਵਿੱਚ ਨਿਵਾਸ ਕੀਤਾ, ਭਾਵ ਸਾਧੂਆਂ ਦੀ ਸੰਗਤ ਵਿੱਚ ਜਾਣਾ ਕੀਤਾ। ਜਦੋਂ ਸਾਧੂਆਂ ਦੀ ਸੰਗਤ ਵਿੱਚ ਬੈਠਣਾ ਕੀਤਾ, ਤੇ ਸਾਡੇ ਹਿਰਦੇ ਦੇ ਜਿਹੜੇ ਦੁੱਖ ਸਨ, ਭਰਮ ਭੁਲੇਖੇ, ਭਟਕਣਾ ਆਦਿ ਸਭ ਖਤਮ ਹੋ ਗਈਆਂ। ਕਹਿੰਦੇ ਫੇਰ ਜਦੋਂ ਇੱਕ ਵਾਰੀ ਸਤਿਗੁਰੂ ਬਾਂਹ ਫੜ ਲਵੇ ਸਿੱਖ ਦੀ, ਸਿੱਖ ਨੂੰ ਹਿਰਦੇ ਵਿੱਚ ਵਸਾ ਲਵੇ, ਸਿੱਖ ਦੇ ਹਿਰਦੇ ਵਿੱਚ ਵਸ ਜਾਵੇ, ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ, ਲਾਗੀ ਪ੍ਰੀਤ ਨ ਟੁੱਟੈ ਮੂਲੈ। ਲਾਗੀ ਪ੍ਰੀਤ ਨ ਟੁੱਟੈ ਮੂਲੇ। ਮੂਲ ਭਾਵ ਕਦੇ ਵੀ, ਭੋਰਾ ਵੀ ਫਿਰ ਉਸ ਪ੍ਰੀਤੀ ਨੂੰ ਕੋਈ ਤੋੜ ਨਹੀਂ ਸਕਦਾ, ਜਿਹੜੀ ਮਾਲਕ ਦੇ ਚਰਨਾਂ ਨਾਲ ਲੱਗ ਜਾਵੇ। ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਣੀ। ਮੂੰਹ ਲਾਲਣ ਸਿਓ ਪ੍ਰੀਤ ਬਣੀ,
ਮੇਰੀ ਮਾਲਕ ਦੇ ਨਾਲ ਐਸੀ ਪ੍ਰੀਤੀ ਪੈ ਗਈ, ਹੁਣ ਇਸ ਨੂੰ ਕੋਈ ਵੀ ਤੋੜ ਨਹੀਂ ਸਕਦਾ, ਕਲਯੁਗ ਵੀ ਤੋੜ ਨਹੀਂ ਸਕਦਾ। ਜਿਵੇਂ ਕਲਯੁਗ ਨੇ, ਮਾਇਆ ਨੇ ਬਹੁਤ ਵਾਰੀ ਭਗਤਾਂ ਦੀ ਪ੍ਰੀਖਿਆ ਲਈ, ਭਗਤਾਂ ਨੂੰ ਉਹਨਾਂ ਦੇ ਮਾਰਗ ਤੋਂ ਭਟਕਾਉਣਾ ਚਾਹਿਆ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਉਹਨਾਂ ਨੂੰ ਮਾਲਕ ਦੇ ਚਰਨਾਂ ਤੋਂ ਦੂਰ ਕਰਨਾ ਚਾਹਿਆ ਤਾਂ ਉਸ ਵੇਲੇ ਫਿਰ ਪਰਮੇਸ਼ਰ ਨੇ ਕਿਰਪਾ ਕੀਤੀ, ਉਹਨਾਂ ਭਗਤਾਂ ਨੂੰ ਆਪਣੇ ਚਰਨਾਂ ਤੋਂ ਦੂਰ ਨਹੀਂ ਹੋਣ ਦਿੱਤਾ। ਲਾਗੀ ਪ੍ਰੀਤ ਨ ਟੁੱਟੈ ਮੂਲੇ, ਹਰ ਅੰਤਰ ਬਾਹਰ ਰਹਿਆ ਭਰਪੂਰੇ। ਉਹ ਹਰੀ, ਉਹ ਪਰਮੇਸ਼ਰ ਹਰ ਥਾਂ 'ਤੇ ਵਸਦਾ ਹੈ ਅਤੇ ਸਿੱਖ ਦੇ ਨਾਮ ਜਪਣ ਵਾਲੇ ਦੇ, ਭਗਤ ਦੇ, ਪ੍ਰਭੂ ਦੇ ਪਿਆਰਿਆਂ ਦੇ ਹਿਰਦੇ ਵਿੱਚ ਵਿਆਪਕ ਹੋ ਜਾਂਦਾ ਹੈ। ਅੰਦਰ ਬਾਹਰ ਹੈ ਤਾਂ ਵੈਸੇ ਹਰ ਥਾਂ ਵਿਆਪਕ ਹੀ, ਪਰ ਉੱਥੇ ਪ੍ਰਗਟ ਹੋ ਜਾਂਦਾ ਅਤੇ ਉਹਨਾਂ ਨੂੰ ਆਪਣੇ ਚਰਨਾਂ ਤੋਂ ਦੂਰ ਨਹੀਂ ਜਾਣ ਦਿੰਦਾ, ਆਪਣੇ ਚਰਨਾਂ ਦੇ ਵਿੱਚ ਵਸਾ ਲੈਂਦਾ, ਆਪਣੇ ਚਰਨਾਂ ਨਾਲ ਜੋੜ ਕੇ ਰੱਖਦਾ। ਜਿਸ ਤਰ੍ਹਾਂ ਉਦਾਹਰਨ ਹੈ ਭਾਈ ਜੋਗਾ ਜੀ ਨੂੰ ਕਾਮ ਵਾਸ਼ਨਾ ਨੇ ਗੁਰੂ ਪਾਤਸ਼ਾਹ ਦੇ ਚਰਨਾਂ ਤੋਂ ਦੂਰ ਕਰਨਾ ਚਾਹਿਆ, ਹੰਕਾਰ ਨੇ, ਕਲਯੁਗ ਨੇ। ਜਦੋਂ ਸਤਿਗੁਰ ਨੇ ਪ੍ਰੀਖਿਆ ਲਈ ਭਾਈ ਜੋਗੇ ਦੀ, ਇੱਕ ਵਾਰੀ ਉਹ ਉੱਠ ਕੇ ਆ ਗਿਆ, ਲਾਵਾਂ ਛੱਡ ਕੇ ਵਿਚਾਲੇ, ਪਰ ਹੁਸ਼ਿਆਰਪੁਰ ਆ ਕੇ ਉਹ ਫਸਣ ਲੱਗਿਆ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉੱਥੇ ਜਾ ਕੇ ਫਿਰ ਜੋਗੇ ਨੂੰ ਬਚਾਉਣਾ ਕੀਤਾ। ਉਸੇ ਤਰ੍ਹਾਂ ਹੀ ਜਦੋਂ ਕੋਈ ਹਰੀ ਨੂੰ ਆਪਣੇ ਹਿਰਦੇ ਵਿੱਚ ਵਸਾ ਲਵੇ, ਜੋਗੇ ਦੇ ਕਹਿਣ ਮੁਤਾਬਕ ਤੁਸੀਂ ਮੇਰੇ ਜੋਗੇ ਅਤੇ ਮੈਂ ਤੁਹਾਡੇ ਜੋਗਾ, ਜਦੋਂ ਐਸੀ ਅਵਸਥਾ ਬਣ ਜਾਂਦੀ ਆ ਤੇ ਫਿਰ ਪਾਤਸ਼ਾਹ ਜੀ ਕਹਿੰਦੇ ਹਰੀ ਪਰਮੇਸ਼ਰ ਗੁਰੂ ਵੀ ਉਹ ਸਿੱਖ ਦੀ ਬਾਂਹ ਨਹੀਂ ਛੱਡਦਾ, ਵਾਅਦਾ ਕਰਦਾ ਨਾਮੇ ਜਾਮੇ 'ਚ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਐ, ਬਾਹੇ ਜਿਨ੍ਹਾਂ ਦੀ ਪਕੜੀ ਐ ਸਿਰ ਦੀਜੈ ਬਾਹੇ ਨਾ ਛੋੜੀਐ, ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀਐ। ਤੋ ਸਿੱਖ ਦਾ ਧਰਮ ਹੈ ਪਰਮੇਸ਼ਰ ਨੂੰ, ਗੁਰੂ ਨੂੰ ਮੰਨਣਾ, ਅਤੇ ਫਿਰ ਗੁਰੂ ਦਾ ਧਰਮ ਬਣ ਜਾਂਦਾ ਹੈ ਸਿੱਖ ਨੂੰ ਨਾਮ ਜਪਣ ਵਾਲੇ ਨੂੰ ਸੰਭਾਲ ਕੇ ਰੱਖਣਾ, ਜੋੜ ਕੇ ਰੱਖਣਾ। ਜਦ ਅਸੀਂ ਗੁਰੂ ਨੂੰ ਮੰਨਾਂਗੇ ਤੇ ਗੁਰੂ ਵੀ ਸਾਨੂੰ ਸੰਭਾਲਦਾ ਹੈ, ਜਦ ਅਸੀਂ ਗੁਰੂ ਦੀ ਬਾਂਹ ਛੱਡਾਂਗੇ ਫਿਰ ਸਾਨੂੰ ਕੌਣ ਸੰਭਾਲੇ। ਇਸ ਕਰਕੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਚਰਨ ਠਾਕੁਰ ਕੇ ਹਿਰਦੇ ਸਮਾਣੇ। ਜਦੋਂ ਠਾਕੁਰ ਦੇ ਚਰਨ ਹਿਰਦੇ ਵਿੱਚ ਵਸ ਗਏ, ਕਲ ਕਲੇਸ਼ਵ ਦੂਰ ਪਿਆਨੇ, ਕਲਯੁਗ ਦੇ ਸਾਰੇ ਕਲੇਸ਼ਾਂ ਦਾ ਖਾਤਮਾ ਹੋ ਗਿਆ। ਉੱਠ ਵੰਜੋ ਕਿਲ ਵਿਖੋ, ਕਰਤਾ ਘਰ ਆਇਆ ਕਿਲ ਵਿਖੋ, ਪਾਪੋ ਭੱਜ ਜਾਓ। ਕਿਉਂਕਿ ਹੁਣ ਇਸ ਘਰ ਦਾ ਮਾਲਕ ਜਿਹੜਾ ਉਹ ਆ ਗਿਆ, ਇਸ ਘਰ ਦਾ ਮਾਲਕ ਇਸ ਘਰ ਵਿੱਚ ਆ ਗਿਆ। ਅਸੀਂ ਕਿਧਰੇ ਘਰਾਂ ਜਾਈਏ, ਲਾਈਟਾਂ ਬੰਦ ਕਰ ਜਾਂਦੇ ਹਾਂ, ਹਨੇਰਾ ਹੋ ਜਾਂਦਾ ਹੈ ਕਮਰਿਆਂ ਦੇ ਵਿੱਚ, ਅਤੇ ਉਸ ਹਨੇਰੇ ਦੇ ਵਿੱਚ ਅਨੇਕਾਂ ਹੀ ਜਾਨਵਰ ਜ਼ਹਿਰੀਲੇ ਪੈਦਾ ਹੋ ਜਾਂਦੇ ਆ, ਕਿਰਲੀਆਂ, ਠੂਹੇ ਆਦਿ। ਜੇ ਕਾਫੀ ਸਮਾਂ ਉਹ ਗੇਟ ਨਾ ਖੋਲ੍ਹੇ ਜਾਣ ਅਤੇ ਉੱਥੇ ਕਾਫੀ ਐਸੇ ਜਾਨਵਰ ਪੈਦਾ ਹੋ ਜਾਂਦੇ ਆ। ਇਸੇ ਤਰ੍ਹਾਂ ਹੀ ਜਦੋਂ
ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਹੋ ਜਾਵੇ, ਗੁਰੂ ਦੇ ਗਿਆਨ ਨੂੰ ਛੱਡ ਜਾਈਏ, ਗੁਰੂ ਦੇ ਚਰਨਾਂ ਨਾਲ ਨਾ ਜੁੜੀਏ, ਤਾਂ ਉਦੋਂ ਵੀ ਸਾਡੇ ਅੰਦਰ ਜਿਹੜਾ ਹੈ ਅਗਿਆਨਤਾ ਦਾ ਹਨੇਰਾ ਹੋ ਜਾਂਦਾ ਹੈ, ਅਤੇ ਸਾਡੇ ਅੰਦਰ ਵੀ ਜ਼ਹਿਰੀਲੇ ਜਾਨਵਰ ਈਰਖਾ, ਦੋਈ, ਦਵੈਤ, ਇਹ ਸਾਰੇ ਪ੍ਰਗਟ ਹੋ ਜਾਂਦੇ। ਈਰਖਾ, ਨਿੰਦਾ, ਚੁਗਲੀ, ਦੋਈ, ਦਵੈਤ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਜ਼ਹਿਰੀਲੇ ਜਾਨਵਰ ਹਨ। ਸੂਖਮ, ਇਹ ਸੂਖਮ ਜਾਨਵਰ ਹੈ ਜੋ ਸਾਡੇ ਅੰਦਰ ਉਦੋਂ ਪ੍ਰਗਟ ਹੁੰਦੇ ਆ ਜਦੋਂ ਅੰਦਰ ਮਾਲਕ ਨਹੀਂ ਹੁੰਦਾ, ਭਾਵ ਗੁਰੂ ਦਾ ਦਿੱਤਾ ਸ਼ਬਦ ਨਹੀਂ ਚੱਲਦਾ, ਉਦੋਂ ਸਾਡੇ ਅੰਦਰ ਇਹ ਵਿਕਾਰ ਪੈਦਾ ਹੁੰਦੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਦੋਂ ਹੀ ਮੇਰੇ ਅੰਦਰ ਹਰੀ ਦੇ ਚਰਨ ਵਸੇ ਤੇ ਇਹ ਕਲੇਸ਼ ਖਤਮ ਹੋ ਗਏ, ਇਹ ਵਿਕਾਰ ਭੱਜ ਗਏ। ਜਿਵੇਂ ਲਾਈਟ ਜਗਦਿਆਂ ਹੀ ਫਿਰ ਕਾਫੀ ਸਮੇਂ ਤੋਂ ਬੰਦ ਕੀਤੇ ਕਮਰੇ ਵਿੱਚ ਹਨੇਰਾ ਹੋ ਗਿਆ, ਜਾਨਵਰ ਪੈਦਾ ਹੋ ਗਏ। ਜਦੋਂ ਹੀ ਆ ਕੇ ਅਸੀਂ ਗੇਟ ਖੋਲ੍ਹਿਆ, ਲਾਈਟ ਜਗਾਈ, ਤੇ ਉਹਨਾਂ ਨੂੰ ਭਾਜੜਾ ਪੈ ਗਈਆਂ। ਉਹ ਕਿਧਰੇ ਹੋਰ ਜਾ ਕੇ ਲੁਕਣ ਨੂੰ ਥਾਂ ਭਾਲਦੇ ਆ ਫਿਰ, ਕਿਉਂਕਿ ਉੱਥੇ ਮਾਲਕ ਆ ਗਿਆ, ਉੱਥੇ ਪ੍ਰਕਾਸ਼ ਹੋ ਗਿਆ, ਉੱਥੇ ਚਾਨਣ ਹੋ ਗਿਆ ਘਰ ਵਿੱਚ। ਤੇ ਇਹ ਸਾਰੇ ਹਨੇਰੇ ਦੇ ਆਦੀ ਹੈ। ਜਿਹੜੇ ਸੂਖਮ ਹੈ ਉਹ ਅਗਿਆਨਤਾ ਕਰਕੇ ਪ੍ਰਗਟ ਹੁੰਦੇ ਹੈ, ਜਿਹੜੇ ਅਸਥੂਲ ਹੈ ਉਹ ਹਨੇਰੇ ਕਰਕੇ ਪ੍ਰਗਟ ਹੁੰਦੇ। ਆਸ਼ਾ ਦਾ ਬਚਨ ਹੈ, ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਉਗਵੈ ਸੂਰ ਨ ਜਾਪੈ ਚੰਦ, ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ। ਜਿੱਥੇ ਗਿਆਨ ਦਾ ਪ੍ਰਗਾਸ ਹੁੰਦਾ ਉੱਥੇ ਅਗਿਆਨਤਾ ਭੱਜ ਜਾਂਦੀ ਹੈ, ਜਿੱਥੇ ਦੀਵਾ ਜਗ ਪੈਂਦਾ, ਬਲਬ ਜਗ ਪੈਂਦਾ, ਉੱਥੇ ਹਨੇਰਾ ਭੱਜ ਜਾਂਦਾ। ਗਿਆਨ ਹੁੰਦੇ ਆ ਅਗਿਆਨਤਾ ਵਾਲੇ ਸੂਖਮ ਜਾਨਵਰ ਭੱਜ ਜਾਂਦੇ ਆ, ਸੂਖਮ ਕੀੜੇ ਮਕੌੜੇ, ਸੱਪ, ਠੂਹੇ, ਕਿਰਲੀਆਂ ਆਦਿ ਆਦਿ ਜੋ ਹਨੇਰੇ ਦੇ ਆਦਿ ਆ। ਤੇ ਜਿਹੜੇ ਸਾਡੇ ਅੰਦਰ ਨਿੰਦਿਆ, ਚੁਗਲੀ, ਦੋਈ, ਦਵੈਤ ਦੇ ਜਾਨਵਰ ਹੈ, ਇਹ ਗੁਰੂ ਦਾ ਗਿਆਨ ਆਉਂਦਿਆਂ ਭੱਜ ਜਾਂਦੇ। ਸ਼ਾਂਤ ਸੋਖ ਸਹਿਜ ਧੁਨ ਉਪਜੀ, ਸਾਧੂ ਸੰਗ ਨਿਵਾਸਾ ਜੀਓ। ਜਦੋਂ ਹੀ ਸਾਧੂਆਂ ਦੀ ਸੰਗਤ ਹੋਈ, ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਹੋਈ, ਅੰਦਰ ਸ਼ਾਂਤੀ ਆ ਗਈ, ਸੁਖ ਵਰਤ ਗਿਆ। ਸਹਿਜ ਧੁਨ, ਅਨਹਦ ਵਾਜੇ ਉਹ ਸੁਣਾਈ ਦੇਣ ਲੱਗੇ। ਐਸੀ ਪ੍ਰੀਤੀ ਲੱਗੀ ਹੁਣ ਇਹ ਟੁੱਟ ਨਹੀਂ ਸਕਦੀ, ਤੋੜੀ ਨਾ ਟੁੱਟੈ, ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ, ਲਾਗੀ ਪ੍ਰੀਤ ਨਾ ਟੁੱਟੈ ਮੂਲੈ। ਹੁਣ ਗੁਰੂ ਦੇ ਚਰਨਾਂ ਨਾਲ ਲੱਗੀ ਹੋਈ ਪ੍ਰੀਤੀ ਨਹੀਂ ਟੁੱਟ ਸਕਦੀ। ਹਰ ਅੰਤਰ ਬਾਹਰ ਰਿਹਾ ਭਰਪੂਰੇ, ਉਹ ਮਾਲਕ ਮੇਰੇ ਅੰਦਰ ਅਤੇ ਬਾਹਰ ਹਰ ਥਾਂ 'ਤੇ ਦਿਖਾਈ ਦੇਣ ਲੱਗਿਆ। ਜਿਵੇਂ ਭਾਈ ਕਨ੍ਹਈਆ ਜੀ ਦਾ ਜੀਵਨ ਹਰ ਅੰਤਰ ਬਾਹਰ ਰਿਹਾ ਭਰਪੂਰੇ, ਹੁਣ ਉਹ ਹਰ ਥਾਂ 'ਤੇ ਦਿਖਾਈ ਦਿੰਦਾ ਹੈ। ਸਿਮਰ 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 ਹੋਂ ਜੀਵਾਂ, ਅਤੇ ਮੈਂ ਐਸੇ ਮਾਲਕ ਨੂੰ ਸਿਮਰ ਕਰਕੇ ਜੀਵਾਂ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰ 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 ਗੁਣ ਗਾਵਾਂ, ਹੁਣ ਮੈਂ ਉਸ ਨੂੰ ਯਾਦ ਰੱਖਦਾ ਹਾਂ, ਉਹਦੇ ਗੁਣ ਗਾਉਂਦਾ ਹਾਂ। ਕਾਟੀ ਜਮ ਕੀ ਫਾਸਾ ਜੀਓ, ਅਤੇ ਉਹਨੂੰ ਜਪਦਿਆਂ ਹੋਇਆਂ ਜਮਾਂ ਦੀਆਂ ਫਾਹੀਆਂ ਵੀ ਕੱਟੀਆਂ ਗਈਆਂ। ਜੋ ਕਈ ਜਨਮਾਂ ਤੋਂ ਮੈਂ ਫਸਿਆ ਹੋਇਆ ਸੀ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਕਈ ਜਨਮਾਂ ਤੋਂ ਜੋ ਮੈਂ ਭਟਕ ਰਿਹਾ ਸੀ, ਕਦੇ ਬਲਦਾਂ ਦੀਆਂ ਜੂਨੀਆਂ ਵਿੱਚ ਪੈ ਕੇ ਭਾਰ ਖਿੱਚਣੇ, ਭਾਰ ਢੋਣੇ, ਹਾਥੀਆਂ ਦੀਆਂ ਜੂਨਾਂ ਵਿੱਚ ਪੈ ਕੇ ਭਾਰ ਢੋਣੇ,
ਕਦੇ ਟੇਢੀਆਂ ਜੂਨੀਆਂ, ਸੱਪਾਂ ਕਿਰਲੀਆਂ ਟੂਹਿਆਂ ਦੀਆਂ ਜੂਨਾਂ ਵਿੱਚ ਜਾਣਾ, ਕੀੜਿਆਂ ਪਤੰਗਿਆਂ ਦੀ ਜੂਨੀ ਭੋਗਣੀ, ਕਈ ਵਾਰੀ ਜੰਗਲੀ ਜਾਨਵਰ ਵੀ ਬਣਿਆ। ਕਬੀਰ ਸਾਹਿਬ ਕਹਿੰਦੇ ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਪਹਿਲਾਂ ਇਹਨਾਂ ਟੇਢੀਆਂ ਜੂਨਾਂ ਵਾਲੇ ਘਰਾਂ ਵਿੱਚੋਂ ਵੀ ਲੰਘ ਕੇ ਆਇਆ, ਹੁਣ ਜਾ ਕੇ ਮੈਂ ਰਾਮ ਦੇ ਘਰੇ ਪੈਦਾ ਹੋਇਆ, ਭਾਵ ਗੁਰੂ ਵਾਲਾ ਬਣ ਕੇ ਗੁਰ ਘਰ ਜਨਮੇ ਗਵਨ ਮਿਟਾਇਆ, ਅਨਹਦ ਰਾਤੇ ਇਹ ਮਨ ਲਾਇਆ। ਜਦੋਂ ਮੈਂ ਰਾਮ ਦੇ ਘਰ 'ਚ ਪੈਦਾ ਹੋਇਆ, ਭਾਵ ਗੁਰੂ ਵਾਲਾ ਬਣਿਆ, ਤਾਂ ਜਿਹੜੇ ਇਹ ਵਿਕਾਰ ਰੂਪੀ ਕੀੜੇ ਮਕੌੜਿਆਂ ਦੀਆਂ ਜੂਨਾਂ ਸਨ, ਇਹ ਸਾਰੀਆਂ ਖੱਟੀਆਂ ਗਈਆਂ। ਹੁਣ ਹਰ ਥਾਂ 'ਤੇ ਉਹ ਦਿਖਾਈ ਦਿੰਦਾ ਹੈ, ਹਰ ਅੰਤਰ ਬਾਹਰ ਰਿਹਾ ਭਰਪੂਰੇ, ਸਿਮਰ 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 ਗੁਣ ਗਾਵਾਂ। ਹੁਣ ਮੈਂ ਉਹਨੂੰ ਯਾਦ ਕਰਕੇ ਜੀਵਨ ਬਤੀਤ ਕਰਦਾ, ਆਖਾਂ ਜੀਵਾਂ ਵਿਸਰੈ ਮਰ ਜਾਉ। ਸਿਮਰ 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 ਗੁਣ ਗਾਵਾਂ, ਕਾਟੀ ਜਮ ਕੀ ਫਾਸਾ ਜੀਓ। ਤੇ ਇਸ ਨੂੰ ਸਿਮਰ ਸਿਮਰ ਕੇ ਜਮਾਂ ਦੀਆਂ ਫਾਹੀਆਂ ਵੀ ਕੱਟੀਆਂ ਗਈਆਂ। ਭਗਤ ਨਾਮਦੇਵ ਜੀ ਦਾ ਦਰਜੀ ਦਾ ਕੰਮ ਹੈ, ਕੱਪੜੇ ਰੰਗਣੇ, ਕੱਪੜੇ ਕੱਟਣੇ, ਸਿਉਣੇ। ਤੋਂ ਆਪਣੇ ਸੰਦਾਂ ਨੂੰ ਹੀ ਉਹੋ ਜਿਹਾ ਰੂਪ ਦੇਈ ਜਾਂਦੇ ਆ। ਮਨ ਮੇਰੋ ਗਜ ਜਿਹਵਾ ਮੇਰੀ ਕਾਤੀ, ਬਾਹਰ ਮੈਂ ਗਜ ਦੇ ਨਾਲ ਮਿਣ ਕੇ ਕੱਪੜਾ ਕੱਟਦਾ ਹਾਂ, ਅੰਦਰੋਂ ਮੈਂ ਮਨ ਨੂੰ ਸਿੱਧਾ ਕਰਕੇ ਜੀਵ ਦੇ ਨਾਲ ਵਿਠਲ ਜਪ ਕੇ, ਗੋਬਿੰਦ ਜਪ ਕੇ, ਪਰਮੇਸ਼ਰ ਨੂੰ ਜਪ ਕੇ ਜਮਾਂ ਦੀਆਂ ਫਾਹੀਆਂ ਕੱਟਦਾ। ਮਨ ਮੇਰੋ ਗਜ ਜਿਹਵਾ ਮੇਰੀ ਕਾਤੀ, ਮੱਪ ਮੱਪ ਕਾਟੋ ਜਮ ਕੀ ਫਾਸੀ। ਮਿਣ ਮਿਣ ਕੇ ਹੁਣ ਮੈਂ ਭਾਵ ਟੋਟੇ ਟੋਟੇ ਕਰਕੇ ਜਮਾਂ ਦੀਆਂ ਫਾਹੀਆਂ ਨੂੰ ਜੀਵ ਰੂਪੀ ਕੈਂਚੀ ਨਾਲ ਨਾਮ ਜਪ ਕੇ ਕੱਟਦਾ ਹਾਂ। ਮਨ ਨੂੰ ਗਜ ਵਾਂਗੂ ਸਿੱਧਾ ਕਰਕੇ, ਕਿਉਂਕਿ ਮਨ ਬੜਾ ਟੇਢਾ ਹੈ ਨਾ। ਆਪਾਂ ਇੱਥੇ ਬੈਠੇ ਹਾਂ ਤੇ ਮਨ ਕਿਤੇ ਹੋਰ ਚਲਿਆ ਜਾਂਦਾ। ਮਨ ਨੂੰ ਸਿੱਧਾ ਮਾਲਕ ਨਾਲ ਜੋੜ ਕੇ ਜਦੋਂ ਮੈਂ ਜੀਭਾ ਦੇ ਨਾਲ ਨਾਮ ਜਪਦਾ, ਮਾਨੋ ਜਮਾਂ ਦੀਆਂ ਫਾਹੀਆਂ ਕੱਟਦਾ ਹਾਂ। ਪੰਜਵੇਂ ਪਾਤਸ਼ਾਹ ਜੀ ਵੀ ਇਹੀ ਗੱਲ ਕਹਿੰਦੇ ਆ, ਸਿਮਰ 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 ਗੁਣ ਗਾਵਾਂ, ਕਾਟੀ ਜਮ ਕੀ ਫਾਸਾ ਜੀਓ। ਹਰ ਅੰਤਰ ਬਾਹਰ ਰਹਾ ਭਰਪੂਰੇ। ਹੁਣ ਮੈਨੂੰ ਹਰ ਥਾਂ 'ਤੇ ਦਿਖਾਈ ਦਿੰਦਾ, ਭਰਪੂਰੇ ਸਾਰੀ ਸ੍ਰਿਸ਼ਟੀ ਵਿੱਚੋਂ ਭਰਿਆ ਹੋਇਆ, ਪੂਰੇ ਨੱਕੋ ਨੱਕ, ਭਰਪੂਰ ਨੱਕੋ ਨੱਕ ਭਰਨਾ। ਇਹ ਕੁਦਰਤ ਦਾ, ਸ੍ਰਿਸ਼ਟੀ ਦਾ ਕੋਈ ਵੀ ਕਣ ਉਸ ਤੋਂ ਖਾਲੀ ਨਹੀਂ ਹੈ। ਪ੍ਰੀਤਮ ਜੀ ਲਿਖਦੇ ਹੈ, ਜਿਮੀ ਅਸਮਾਨ ਕੈ ਸਮਸਤ ਬੀਚ ਏਕ ਜੋਤ ਹੈ, ਨਾ ਬਾਦ ਹੈ ਨਾ ਘਾਟ ਹੈ, ਨਾ ਘਾਟ ਬਾਦ ਹੋਤ ਹੈ। ਸਾਰੀ ਸ੍ਰਿਸ਼ਟੀ ਦੇ ਵਿੱਚ ਧਰਤੀ ਤੋਂ ਆਕਾਸ਼ ਤੱਕ ਉਹ ਜੋਤ ਬਿਰਾਜਮਾਨ ਹੈ। ਨਾ ਉਹ ਕੀੜੀ ਵਿੱਚ ਛੋਟੀ ਹੈ, ਨਾ ਹਾਥੀ ਵਿੱਚ ਵੱਡੀ ਹੈ, ਸਾਰਿਆਂ ਵਿੱਚ ਬਰਾਬਰ ਹੈ। ਹਾਥੀ ਦੇ ਵਿੱਚ ਵੀ ਉਹ ਜੋਤ ਕੰਮ ਕਰਦੀ ਹੈ, ਕੀੜੀ ਵਿੱਚ ਵੀ ਕਰਦੀ ਹੈ, ਮਤਲਬ ਵਿਚਾਲੇ ਸਾਰੀ ਕੁਦਰਤੀ ਆ ਗਈ। ਹਾਥੀ ਦੀ ਪੈੜ ਕਹਿ ਦਈਏ ਤੇ ਮਾਨੋ ਸਾਰੀ ਦੁਨੀਆ। ਇਸ ਤਰ੍ਹਾਂ ਉਹ ਸਾਰੇ ਜੀਵਾਂ ਦੇ ਵਿੱਚ ਵਸਦਾ ਹੈ ਤੇ ਮਨੁੱਖ ਦੇ ਵਿੱਚੋਂ ਪ੍ਰਗਟ ਹੈ। ਮਨੁੱਖ ਨੂੰ ਸ੍ਰਿਸ਼ਟੀ ਦਾ ਰਾਜਾ ਬਣਾਇਆ ਗਿਆ ਹੈ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਅਬ ਤੂੰ ਸੀਜ ਭਾਵੇਂ ਨਹੀਂ ਸੀਜੈ, ਹੁਣ ਤੂੰ ਮੰਨ ਜਾਂ ਨਾ ਮੰਨ। ਪਾਤਸ਼ਾਹ ਜੀ ਕਹਿੰਦੇ, ਕਾਰ ਸਬਰੈ ਮਨ ਪ੍ਰਭ ਧਿਆਈ ਜਾ। ਤੇ ਜਦੋਂ ਸਿਮਰਨਾ ਸ਼ੁਰੂ ਕੀਤਾ ਤੇ ਫਿਰ ਕੀ ਹੋਇਆ? ਅੰਮ੍ਰਿਤ ਬਰਖੈ ਅਨਹਦ ਬਾਣੀ, ਅੰਦਰ ਬਾਣੀ ਚੱਲਣ ਲੱਗੀ। ਇਉਂ ਆਨੰਦ ਆਉਣ ਲੱਗਿਆ ਜਿਵੇਂ ਬਰੀਕ ਕਣੀ ਦਾ ਮੀਂਹ ਪੈਂਦਾ ਹੋਵੇ, ਭੂਰ ਜੀ ਪੈਂਦੀ ਹੋਵੇ। ਜਿਵੇਂ ਮੀਂਹ ਦੀਆਂ ਕਣੀਆਂ ਬਰੀਕ ਬਰੀਕ ਡਿੱਗਦੀਆਂ ਹੋਣ ਤੇ ਸਾਨੂੰ ਬੜੀਆਂ ਆਨੰਦਦਾਇਕ ਲੱਗਦੀਆਂ।
ਉਸੇ ਤਰ੍ਹਾਂ ਹੀ ਜਿਹਨੂੰ ਸਮਝ ਆ ਗਈ ਉਹਨਾਂ ਦੇ ਵਾਸਤੇ ਇਹ ਬਾਣੀ ਆਨੰਦ ਦੇਣ ਵਾਲੀ ਆ। ਉਹ ਬਾਣੀ ਨਾਲ ਜੁੜਦੇ ਹਨ, ਬਾਣੀ ਦਾ ਮਾਰਗ ਦਰਸ਼ਨ ਲੈਂਦੇ ਆ। ਪਾਤਸ਼ਾਹ ਜੀ ਕਹਿੰਦੇ ਹੁਣ ਮੇਰੇ ਅੰਦਰ ਇਉਂ ਲੱਗਦਾ ਜਿਵੇਂ ਅੰਮ੍ਰਿਤ ਦਾ ਮੀਂਹ ਪੈ ਰਿਹਾ ਹੋਵੇ। ਅੰਮ੍ਰਿਤ ਦੀ ਕਣੀ ਪਪੀਹਾ ਮੰਗਦਾ ਹੈ, ਕਿਨਕਾ ਏਕ ਜੇ ਜੀਵ ਸਾਵੇ, ਤੇ ਜਿਸ ਜੀਵ ਨੂੰ ਉਹ ਮਿਲ ਜਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ, ਫਿਰ ਉਹ ਬੜੇ ਮਹਾਨ ਹੋ ਸਕਦੇ ਆ। ਕੀੜਾ ਥਾਪਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ। ਹੁਣ ਕਹਿੰਦੇ ਮੇਰੇ ਅੰਦਰ ਐਉਂ ਲੱਗਦਾ ਜਿਵੇਂ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ। ਕਿ ਉਹ ਵਰਖਾ ਕੈਸੀ ਹੈ? ਅਨਹਦ ਬਾਣੀ ਦੀ ਭਾਵ ਜਿਹੜੀ ਅੰਦਰੋਂ ਆਵਾਜ਼ ਸੁਣਾਈ ਦੇਣੀ, ਉਹ ਜਦੋਂ ਸੁਣਦੀ ਹੈ ਤੇ ਫਿਰ ਉਸੇ ਤਰ੍ਹਾਂ ਲੱਗਦੀ ਹੈ ਜਿਵੇਂ ਆਨੰਦ ਆ ਰਿਹਾ ਹੈ, ਬਰੀਕ ਕਣੀ ਦਾ ਮੀਂਹ ਪੈਂਦਾ ਹੋਵੇ। ਭਗਤ ਨਾਮਦੇਵ ਜੀ ਇਸ ਅਵਸਥਾ ਨੂੰ ਆਪਣੇ ਬਚਨਾਂ ਰਾਹੀਂ ਬਿਆਨ ਕਰਦੇ ਹਨ। ਜੋ ਉਹਨਾਂ ਨੇ ਫੀਲ ਕੀਤਾ ਉਹਨਾਂ ਨੇ ਬਿਆਨ ਕੀਤਾ, ਜੋ ਹੋਰ ਭਗਤਾਂ ਨੇ ਫੀਲ ਕੀਤਾ ਉਹਨਾਂ ਨੇ ਆਪਣੇ ਢੰਗ ਨਾਲ ਬਿਆਨ ਕੀਤਾ, ਗੁਰੂਆਂ ਨੇ ਆਪਣੇ ਢੰਗ ਨਾਲ ਬਿਆਨ ਕੀਤਾ। ਕਹਿੰਦੇ ਹੁਣ ਜਦੋਂ ਮੈਂ ਉਹਨੂੰ ਸਿਮਰਦਾ ਹਾਂ, ਸਿਮਰ ਸਿਮਰ ਕੇ ਜਮਾਂ ਦੀਆਂ ਫਾਂਸੀਆਂ ਨੂੰ ਕੱਟਦਾ ਹਾਂ, ਔਰ ਉਹਦੇ ਚਰਨ ਮੇਰੇ ਹਿਰਦੇ ਵਿੱਚ ਵਸ ਗਏ ਹਨ। ਚਰਨ ਠਾਕੁਰ ਕੇ ਹਿਰਦੇ ਸਮਾਣੇ, ਕਲ ਕਲੇਸ਼ ਸਭ ਦੂਰ ਪਿਆਣੇ, ਸ਼ਾਂਤ ਸੂਖ ਸਹਿਜ ਧੁਨ ਉਪਜੀ, ਸਾਧੂ ਸੰਗ ਨਿਵਾਸਾ ਜੀਓ। ਜਦੋਂ ਪਰਮੇਸ਼ਰ ਦੇ ਪਿਆਰਿਆਂ ਨਾਲ ਨਿਵਾਸ ਹੋਇਆ, ਭਾਵ ਸੰਗਤ ਵੀ ਜਾ ਕੇ ਬੈਠਾ। ਜਦੋਂ ਅਸੀਂ ਸੰਗਤ ਵਿੱਚ ਬੈਠਦੇ ਹਾਂ ਸਾਰੇ ਸਾਧੂ ਹੁੰਦੇ ਹਾਂ। ਕੋਈ ਜ਼ਰੂਰੀ ਨਹੀਂ ਵੀ ਸਪੈਸ਼ਲ ਭੇਸ ਪਾਇਆ ਹੋਊਗਾ, ਸਾਧੂਆਂ ਵਾਲਾ ਭੇਖ ਧਾਰਿਆ ਹੋਊ ਤਾਂ ਹੀ ਸਾਧੂ ਹੋਵਾਂਗੇ। ਸਾਧੂ ਸਾਧਨਾ ਦਾ ਨਾਮ ਹੈ। ਜਿਹੜੇ ਆਪਣੇ ਮਨ ਨੂੰ ਸਾਧਨ ਵਾਸਤੇ ਸੰਗਤ ਵਿੱਚ ਆ ਕੇ ਬੈਠਦੇ ਹੈ ਉਹ ਸਾਧੂ ਹੁੰਦੇ ਆ, ਉਹ ਗੁਰਮੁਖ ਹੁੰਦੇ ਆ। ਨਾਮ ਅਲੱਗ-ਅਲੱਗ ਹੈ, ਗੱਲ ਇੱਕੋ ਹੀ ਹੈ। ਜੋਗੀ ਵੀ ਕਿਹਾ, ਗੁਰਮੁਖ ਜੋਗੀ ਜਾਗਦੇ, ਭਿੰਨੀ ਰੈਣੜੀਏ ਚਮਕਣ ਤਾਰੇ, ਜਾਗੇ ਸੰਤ ਜਣਾ ਮੇਰੇ ਰਾਮ ਪਿਆਰੇ। ਇੱਥੇ ਸੰਤ ਕਹਿ ਦਿੱਤਾ, ਕਿਤੇ ਜੋਗੀ ਵੀ ਕਹਿ ਦਿੱਤਾ। ਜੋਗੀ ਉਹ ਮੁੰਦਰਾ ਵਾਲਾ ਨਹੀਂ ਵੀ ਬਗਲੀ ਚੱਕੀ ਆ ਮੰਗਦਾ ਫਿਰਦਾ, ਉਹ ਜੋਗੀ। ਜੋਗੀ ਦਾ ਅਰਥ ਹੈ ਜੁੜਨ ਵਾਲਾ। ਜਿਵੇਂ ਦੋ ਬਲਦਾਂ ਨੂੰ ਇੱਕ ਪੰਜਾਲੀ ਵਿੱਚ ਜੋੜਿਆ ਜਾਂਦਾ, ਉਹ ਪੰਜਾਲੀ ਜੋ ਕਿਸਾਨਾਂ ਕੋਲੇ ਹੁੰਦੀ ਹੈ, ਜਿਹੜੇ ਬਲਦਾਂ ਨਾਲ ਹਲ ਵਾਹੁੰਦੇ ਆ, ਦੋਨੇ ਪਾਸੇ ਦੋ ਬਲਦਾਂ ਨੂੰ ਪਾਇਆ ਜਾਂਦਾ, ਵਿਚਾਲੇ ਹਲ ਬੰਨਿਆ ਜਾਂਦਾ ਤੇ ਉਹਦੇ ਨਾਲ ਉਹ ਬੀਜਾ ਬਾਜੀ ਕੀਤੀ ਜਾਂਦੀ। ਇਸ ਕਰਕੇ ਜੋਗੀ ਦਾ ਮਤਲਬ ਹੈ ਦੋਵਾਂ ਦਾ ਇੱਕ ਪੁਆਇੰਟ ਨਾਲ ਜੁੜਨਾ। ਉਹ ਦੋਨਾਂ ਬਲਦਾਂ ਦੀ ਤਾਕਤ ਇੱਕ ਹੋ ਗਈ ਪੰਜਾਲੀ ਵਿੱਚ। ਕੱਲਾ ਬਲਦ ਖਿੱਚੇ ਤਾਂ ਔਖਾ ਹੈ, ਹੁਣ ਦੋਹਾਂ ਨੂੰ ਜੋੜਿਆ ਤੇ ਦੋਹਾਂ ਦੀ ਤਾਕਤ ਕਿੰਨੀ ਵੱਧ ਗਈ। ਦੋਨਾਂ ਨੂੰ ਹਲ ਖਿੱਚਣਾ ਸੌਖਾ ਹੋ ਗਿਆ। ਇਸੇ ਤਰ੍ਹਾਂ ਹੀ ਪਰਮੇਸ਼ਰ ਤੇ ਪ੍ਰਭੂ ਦੇ ਪਿਆਰਿਆਂ ਦੀ ਵੀ ਤਾਕਤ ਇੱਕ ਹੋ ਗਈ। ਕਰਤ ਤਪੱਸਿਆ ਜਬ ਹਮ ਭਇਓ, ਦਵੈ ਤੇ ਏਕ ਰੂਪ ਹੋਏ ਗਇਓ। ਜੋਗੀ ਦਾ ਮਤਲਬ ਹੈ ਮਨ ਦਾ ਪਰਮੇਸ਼ਰ ਨਾਲ ਜੁੜਨਾ। ਗੁਰਮੁਖ ਜੋਗੀ ਜਾਗਦੇ। ਇਸ ਕਰਕੇ ਪ੍ਰੀਤਮ ਜੀ ਕਹਿੰਦੇ ਜਦੋਂ ਮੈਂ ਉਸ ਨੂੰ ਸਿਮਰਨਾ ਸ਼ੁਰੂ ਕੀਤਾ, ਕਲ ਕਲੇਸ਼ ਸਭ ਦੂਰ ਪਿਆਣੇ, ਸ਼ਾਂਤ ਸੋਗ ਸਹਿਜ ਤੋਂ ਨਿਉਪਜੀ, ਸਾਧੂ ਸੰਗ ਨਿਵਾਸਾ ਜੀਓ। ਤੇ ਹੁਣ ਇਸ ਪ੍ਰੀਤੀ ਨੂੰ ਕੋਈ ਤੋੜ ਨਹੀਂ ਸਕਦਾ। ਮੀਰਾ ਬਾਈ ਨੂੰ ਤੋੜਨ ਵਾਸਤੇ ਕਿੰਨੇ ਜ਼ੋਰ ਲਾਏ ਰਾਣੇ ਨੇ। ਮੀਰਾ ਬਾਈ ਜਿਸ ਦਾ ਪਤੀ ਮਰ ਚੁੱਕਿਆ ਸੀ, ਜਿਸ ਨਾਲ ਉਹਦੀ ਸ਼ਾਦੀ ਹੋਈ ਸੀ, ਬਾਗੜ ਦੇ ਵਿੱਚ ਇਹ ਰਾਣੀ ਹੋਈ ਆ, ਤੇ ਫਿਰ ਇਸ ਰਾਣੀ ਨੂੰ ਉਸ ਦੇ ਦਿਓਰ ਦੇ ਲੜ ਲਾ ਦਿੱਤਾ ਗਿਆ।
ਹੁਣ ਜਿਹੜਾ ਉਹਦਾ ਦਿਓਰ ਸੀ ਉਹ ਰਾਜਾ ਸੀ, ਤੇ ਰਾਜੇ ਆਪਣਾ ਨੱਕ ਰੱਖਣ ਵਾਸਤੇ ਆਪਦੀ ਮਰਜ਼ੀ ਕਰਦੇ ਆ ਬਈ ਸਾਡੀ ਇੱਜ਼ਤ ਨਹੀਂ ਘਟਣੀ ਚਾਹੀਦੀ, ਸਾਡੇ ਕੋਲ ਤਾਕਤ ਹੈ। ਤੇ ਮੀਰਾ ਬਾਈ ਭਗਤ ਰਵਿਦਾਸ ਜੀ ਦੀ ਭਗਤਣੀ ਹੋਈ ਆ, ਉਹਨਾਂ ਕੋਲੋਂ ਉਹਨੂੰ ਗਿਆਨ ਪ੍ਰਾਪਤ ਹੋਇਆ ਸੀਗਾ। ਭਗਤ ਰਵਿਦਾਸ ਜੀ ਨੂੰ ਮੰਨਦੀ ਸੀ, ਤੇ ਜਿਹੜੇ ਉਸ ਵੇਲੇ ਦੇ ਅਖੌਤੀ ਧਰਮ ਦੇ ਮੁਖੀ ਬ੍ਰਾਹਮਣ ਸਨ ਉਹ ਗੁੱਸਾ ਕਰਦੇ ਸੀ ਬਈ ਇਹ ਰਾਜੇ ਰਾਣੇ, ਇਹ ਵੱਡੇ ਲੋਕ, ਇਹ ਚਮਿਆਰ ਰਵਿਦਾਸ ਕੋਲ ਜਾਣ ਲੱਗੇ ਤੇ ਸਾਨੂੰ ਕਿਹਨੇ ਪੁੱਛਣਾ। ਕਹੋ ਸਤਨਾਮ ਸੀ। ਮਕਸਦ ਸਵਾਰਥੀ ਸੀ ਉਹਨਾਂ ਦਾ। ਉਹਨਾਂ ਦਾ ਮਤਲਬ ਸੀ ਕਿ ਜਿਹੜੇ ਇਹ ਸ਼ੂਦਰ ਬਣਾਏ ਹਨ ਅਸੀਂ, ਨਾ ਇਹ ਵਿਦਿਆ ਪੜ੍ਹ ਸਕਣ, ਨਾ ਇਹ ਵੇਦਾਂ ਦਾ ਗਿਆਨ ਪ੍ਰਾਪਤ ਕਰ ਸਕਣ। ਜੇ ਕੋਈ ਰਾਮ ਕਹਿੰਦਾ, ਰਾਮ ਸੁਣਦਾ, ਰਾਮ ਜਪਦਾ, ਪੜ੍ਹਿਆ ਗਿਆ, ਫੜਿਆ ਗਿਆ ਤਾਂ ਉਹਦੇ ਕੰਨਾਂ ਵਿੱਚ ਛਿੱਕਾ ਢਾਲ ਕੇ ਪਾ ਦਿਓ, ਮੁੜ ਕੇ ਕੋਈ ਹਿੰਮਤ ਹੀ ਨਹੀਂ ਕਰੇਗਾ ਮੰਦਰ ਵੱਲ ਜਾਣ ਦੀ। ਇਸ ਕਰਕੇ ਉਹਨਾਂ ਅਖੌਤੀ ਧਰਮ ਦੇ ਮੁਖੀ ਬ੍ਰਾਹਮਣਾਂ ਨੂੰ ਗੁੱਸਾ ਆਇਆ, ਉਹਨਾਂ ਨੇ ਰਾਣੇ ਨੂੰ ਭੜਕਾ ਦਿੱਤਾ। ਰਾਣੀ ਨੂੰ ਕਹਿੰਦੇ ਤੂੰ ਇੱਕ ਰਾਜਾ ਸਾਹਿਬ, ਤੇਰੀ ਰਾਣੀ ਜਿਹੜੀ ਹੈ ਉਹ ਚਮਿਆਰ ਰਵਿਦਾਸ ਦੀ ਭਗਤਣੀ ਬਣੀ ਫਿਰਦੀ ਆ, ਉਹਨੂੰ ਰੋਕ ਨਹੀਂ ਸਕਦਾ। ਸ਼ੂਦਰਾਂ ਦੀ ਚੇਲੀ ਬਣੀ ਫਿਰਦੀ ਆ, ਝਾਲਾਂ ਬਾਈ ਹੋਈ ਇੱਕ, ਉਹ ਵੀ ਭਗਤ ਰਵਿਦਾਸ ਜੀ ਦੇ ਕੋਲੋਂ ਗਿਆਨ ਪ੍ਰਾਪਤ ਕਰਦੀ ਹੈ। ਤਾਂ ਗੁਰੂ ਪਿਆਰਿਓ, ਇਹ ਹੁਣ ਸਾਰੇ ਭਗਤ ਰਵਿਦਾਸ ਜੀ ਸਤਿਕਾਰ ਕਰਦੇ। ਜਿੱਥੋਂ ਸਾਨੂੰ ਗਿਆਨ ਹੋਵੇ ਆਟੋਮੈਟਿਕ ਉਹਦਾ ਜਿਹੜਾ ਸਤਿਕਾਰ ਦਿਲ ਵਿੱਚ ਬਹਿ ਜਾਂਦਾ। ਲਾਗੀ ਪ੍ਰੀਤ ਨਾ ਟੁੱਟਿਆ ਮੁੱਲ ਹੈ, ਹਰ ਅੰਤਰ ਬਾਹਰ ਰਿਹਾ ਭਰਪੂਰੇ, ਤੇ ਉਹਨੂੰ ਤਾਂ ਹਰ ਥਾਂ ਤੇ ਰਵਿਦਾਸ ਜੀ ਦੇ ਗਿਆਨ ਮੁਤਾਬਕ ਕ੍ਰਿਸ਼ਨ ਦਿਖਾਈ ਦੇਣ ਲੱਗੇ। ਔਰ ਆਪਣੀ ਬੀਣਾ ਲੈ ਕੇ ਜਿੱਥੇ ਜੀ ਕਰਦਾ ਵਜਾਉਣ ਬਹਿ ਜਾਂਦੀ। ਖਾਸ ਇੱਕ ਕ੍ਰਿਸ਼ਨ ਜੀ ਦਾ ਮੰਦਿਰ ਹੈ, ਉਸ ਮੰਦਿਰ ਵਿੱਚ ਜਾ ਕੇ ਉਹ ਗਾਉਂਦੀ ਆ, ਪਿਆਰ ਦੇ ਵਿੱਚ ਡੁੱਬ ਕੇ। ਤੇ ਰਾਜਿਆਂ ਦਾ ਭੜਕਾਇਆ ਹੋਇਆ ਰਾਜਾ ਰਾਣਾ ਹੁਣ ਇਹ ਚਾਹੁੰਦਾ ਹੈ ਕਿ ਰਾਣੀ ਰਾਣੀਆਂ ਵਾਂਗੂ ਰਵੇ, ਇਹ ਭਗਤੀ ਛੱਡ ਦੇਵੇ। ਪਰ ਰਾਣੀ ਜਿਹੜੀ ਹੈ ਸਿੰਪਲ ਵਸਤਰ ਪਹਿਨਦੀ ਆ, ਸਿੰਪਲ ਰਹਿੰਦੀ ਆ, ਸਾਦੀ ਰਹਿੰਦੀ ਆ, ਬੀਣਾ ਹੱਥ 'ਚ ਰੱਖਦੀ ਆ, ਭਜਨ ਬੰਦਗੀ ਬਹੁਤ ਕਰਦੀ ਆ। ਤੇ ਇੱਕ ਦਿਨ ਰਾਣੇ ਨੇ ਉਸ ਨੂੰ ਰੋਕਣ ਵਾਸਤੇ ਪਹਿਲਾਂ ਬੜਾ ਜ਼ੋਰ ਲਾਇਆ, ਪਰ ਇੱਕ ਦਿਨ ਉਸ ਨੇ ਖਿਆਲ ਕੀਤਾ ਵੀ ਕਿਉਂ ਨਾ ਇਹਨੂੰ ਪਰੇ ਮਾਰ ਹੀ ਦੇਵਾਂ, ਐਵੇਂ ਤਾਂ ਹਟਦੀ ਨਹੀਂ ਇਹ। ਤੇ ਇਸ ਨੇ ਇੱਕ ਜ਼ਹਿਰੀਲਾ ਸੱਪ ਜਿਹੜਾ ਸੀਗਾ ਉਹ ਇੱਕ ਬੀਬੀਆਂ ਦੇ ਸੋਨੇ ਵਾਲੇ ਹਾਰ ਦੇ ਡੱਬੇ 'ਚ ਬੰਦ ਕੀਤਾ, ਜਿਹਦੇ ਵਿੱਚ ਸੁਨਿਆਰੇ ਸੋਨੇ ਦੇ ਗਹਿਣੇ ਪਾ ਕੇ ਦਿੰਦੇ ਆ। ਉਹ ਡੱਬੇ ਵਿੱਚ ਸੱਪ ਨੂੰ ਬੰਦ ਕੀਤਾ ਤੇ ਆਪਣੇ ਨੌਕਰਾਂ ਨੂੰ ਫੜਾਤਾ, ਵਜ਼ੀਰਾਂ ਨੂੰ, ਕਹਿੰਦੇ ਜਾਓ ਮੀਰਾ ਬਾਈ ਨੂੰ ਕਹੋ ਕਿ ਰਾਣਾ ਜੀ ਨੇ ਤੇਰੇ ਲਈ 9 ਲੱਖਾਂ ਹਾਰ ਬਣਾਇਆ, ਇਹ ਪਹਿਨ ਲਾ। ਉਸ ਵੇਲੇ ਵੀ ਮੀਰਾ ਬਾਈ ਭਜਨ ਕਰ ਰਹੀ ਸੀ, ਤੇ ਜਿਸ ਵੇਲੇ ਕੋਈ ਸਿਮਰਨ ਕਰ ਰਿਹਾ ਹੁੰਦਾ ਉਹਦੀ ਰਸਨਾ ਤੇ ਉਹਦੇ ਨੇਤਰਾਂ ਵਿੱਚ ਪਰਮੇਸ਼ਰ ਉਤਰਿਆ ਹੁੰਦਾ। ਨਜ਼ਰ ਜਿਨ੍ਹਾਂ ਦੀ ਕੀਮੀਆਂ ਕੌਡੀਆਂ ਕਰਦੇ ਲਾਲ, ਜਿਨ੍ਹਾਂ ਦੀ ਨਜ਼ਰ ਕੀਮੀਆਂ ਰਸਾਇਣਕ ਬਣ ਜਾਂਦੀ ਹੈ। ਰਸਾਇਣ ਦਾ ਮਤਲਬ ਹੈ ਤਾਂਬੇ ਤੋਂ ਸੋਨਾ ਬਣਾਉਣਾ। ਇਸੇ ਤਰ੍ਹਾਂ ਗੁਰੂ ਦੀ ਨਜ਼ਰ ਜਿਹੜੀ ਹੈ ਮਨੁੱਖ ਨੂੰ ਭਗਤ ਬਣਾ ਸਕਦੀ ਹੈ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਭਾ। ਤੇ ਮੀਰਾ ਬਾਈ ਉਸ ਵੇਲੇ ਭਜਨ ਕਰ ਰਹੀ ਸੀ, ਜਿਸ ਵੇਲੇ ਵਜ਼ੀਰ ਉਹਦੇ ਕੋਲ ਪਹੁੰਚੇ ਲੈ ਕੇ, ਤੇ ਕੋਲ ਰੱਖ ਕੇ ਡੱਬਾ ਕਹਿਣ ਲੱਗੇ ਰਾਣੀ ਸਾਹਿਬ ਆਹ ਰਾਜਾ ਜੀ ਨੇ ਤੁਹਾਡੇ ਲਈ 9 ਲੱਖਾਂ ਹਾਰ ਭੇਜੇ, ਇਹਨੂੰ ਪਹਿਨ ਲਓ। ਤੇ ਜਿਸ ਵੇਲੇ ਗਾਉਂਦਿਆਂ ਗਾਉਂਦਿਆਂ ਰਾਣੀ ਨੇ ਡੱਬਾ ਖੋਲ੍ਹਿਆ ਸੀ ਤਾਂ ਉਹਦੇ ਵਿੱਚ ਜ਼ਹਿਰੀਲਾ ਸੱਪ ਵੀ ਡੰਗ ਮਾਰ ਦੂਗਾ, ਪਰ ਡੱਬਾ ਖੋਲ੍ਹਦਿਆਂ ਜਦੋਂ ਨਿਗਾਹ ਪਈ ਤੇ ਉਹ ਸੱਪ ਤੋਂ ਹਾਰ ਬਣ ਗਿਆ। ਕਹੋ ਸਤਨਾਮ। ਉਹਨੇ ਚੱਕ ਕੇ ਗਲ 'ਚ ਪਾ ਲਿਆ। ਵਜ਼ੀਰ ਹੈਰਾਨ ਹੋ ਗਏ ਵੀ ਸੀਤਾ ਦੇ ਸਾਪੇ ਦੇ ਤੇ ਹਾਰ ਕਿਵੇਂ ਬਣ ਗਿਆ। ਰਾਣੇ ਦੀ ਇਹ ਚਾਲ ਨਾ ਚੱਲੀ।
ਇਹ ਬ੍ਰਾਹਮਣਾਂ ਨੇ ਜਿਹੜੇ ਆਪਣੇ ਆਪ ਨੂੰ ਇਹ ਕਹਿੰਦੇ ਆ ਕਿ ਅਸੀਂ ਰੱਬ ਵੱਲੋਂ ਸਿੱਧੇ ਆਏ ਆ, ਇੱਥੇ ਹੋਰ ਕਿਸੇ ਨੂੰ ਰੱਬ ਜਪਣ ਦਾ ਹੁਕਮ ਨਹੀਂ ਹੈਗਾ, ਕੇਵਲ ਅਸੀਂ ਹੀ ਰੱਬ ਨੂੰ ਜਪ ਸਕਦੇ ਹਾਂ। ਇਹਨਾਂ ਨੇ ਨਾਮ ਜਪਣ ਵਾਲੇ ਭਗਤਾਂ ਦੇ ਬੜੇ ਹੀ ਗੁਰੂ ਪਿਆਰਿਓ ਇਹਨਾਂ ਨੂੰ ਦੁੱਖ ਦਿੱਤਾ। ਰਵਿਦਾਸ ਭਗਤ ਜੀ ਨੂੰ ਵੀ ਭਗਤੀ ਤੋਂ ਰੋਕਣਾ ਚਾਹਿਆ, ਲਾਗੀ ਪ੍ਰੀਤ ਨਾ ਟੁੱਟੈ ਮੂਲੇ, ਹੁਣ ਕੋਈ ਤੋੜ ਨਹੀਂ ਸਕਦਾ। ਰਵਿਦਾਸ ਜੀ ਨੂੰ ਤੋੜਨਾ ਚਾਹਿਆ, ਕਬੀਰ ਜੀ ਨੂੰ ਤੋੜਨਾ ਚਾਹਿਆ, ਭਗਤ ਨਾਮਦੇਵ ਨੂੰ ਤੋੜਨਾ ਚਾਹਿਆ, ਮੀਰਾ ਬਾਈ ਨੂੰ ਤੋੜਨਾ ਚਾਹਿਆ, ਪਰ ਨਹੀਂ ਤੋੜ ਸਕੇ, ਕਿਉਂਕਿ ਨਾਲ ਸੀ ਇਹਨਾਂ ਦੇ ਪਰਮੇਸ਼ਰ। ਹਰ ਅੰਤਰ ਬਾਹਰ ਰਿਹਾ ਭਰਪੂਰੇ, ਹਰੀ ਨਾਲ ਹੋ ਗਿਆ ਜਦੋਂ, ਫਿਰ ਕੌਣ ਤੋੜੇ। ਤਾਂ ਗੁਰੂ ਪਿਆਰਿਓ ਉਸ ਵੇਲੇ ਫਿਰ ਮੀਰਾ ਬਾਈ ਨੂੰ ਉਹ ਮਾਰ ਨਾ ਸਕੇ, ਤੇ ਦੂਜੀ ਵਾਰ ਉਸ ਨੇ ਇੱਕ ਭਿਆਨਕ ਜ਼ਹਿਰ ਲੈ ਕੇ ਪਿਆਲੇ ਵਿੱਚ ਪਾ ਕੇ ਭੇਜ ਦਿੱਤਾ, ਬਈ ਕਹਿ ਦਿਓ ਰਾਣੇ ਨੂੰ ਕਿਤੋਂ ਅੰਮ੍ਰਿਤ ਮਿਲਿਆ, ਤੂੰ ਅੰਮ੍ਰਿਤ ਭਾਲਦੀ ਆ ਨਾ, ਆ ਅੰਮ੍ਰਿਤ ਦਾ ਪਿਆਲਾ ਹੈ, ਇਹਨੂੰ ਪੀ ਲਾ। ਤੇ ਉਸ ਵੇਲੇ ਵੀ ਮੀਰਾ ਬਾਈ ਭਗਤੀ ਵਿੱਚ ਮਗਨ ਸੀ, ਤੇ ਉਸੇ ਬਚਨ ਨੂੰ ਸੁਣਦਿਆਂ ਹੀ ਹੱਥ ਵਿੱਚ ਪਿਆਲਾ ਫੜ ਕੇ ਗਟ-ਗਟ ਕਰਕੇ ਪੀ ਗਈ। ਉਹ ਜ਼ਹਿਰ ਦਾ ਉਸ 'ਤੇ ਅਸਰ ਨਹੀਂ ਹੋਇਆ, ਉਹ ਜ਼ਹਿਰ ਅੰਮ੍ਰਿਤ ਹੀ ਬਣ ਗਿਆ। ਨਜ਼ਰ ਜਿਨ੍ਹਾਂ ਦੀ ਕੀਮੀਆਂ ਕੌਡੀਆਂ ਕਰਦੇ ਲਾਲ, ਕੌਡੀਆਂ ਨੂੰ ਲਾਲ ਬਣਾ ਦੇਣ ਉਹ। ਤਾਂ ਇਸ ਤਰ੍ਹਾਂ ਰਾਣੀ ਨੂੰ ਉਹ ਮਾਰ ਨਾ ਸਕੇ, ਪਰ ਰਾਣੀ ਨੂੰ ਵੀ ਪਤਾ ਲੱਗ ਗਿਆ ਵੀ ਇਹ ਦੁਨੀਆ ਮੇਰੇ ਮਗਰ ਪੈ ਗਈ ਆ, ਮੈਨੂੰ ਮਾਰ ਕੇ ਸਾਹ ਲਊਗੀ। ਕਹਿੰਦੇ ਅਖੀਰ ਇੱਕ ਦਿਨ ਕ੍ਰਿਸ਼ਨ ਜੀ ਦੇ ਮੰਦਰ ਵਿੱਚ ਭਗਤੀ ਕਰਦੀ ਕਰਦੀ ਆਪਣਾ ਸਰੀਰ ਉੱਥੇ ਹੀ ਤਿਆਗ ਦਿੱਤਾ, ਤੇ ਮੁੜ ਕੇ ਉਹਦਾ ਸਰੀਰ ਵੀ ਨਹੀਂ ਮਿਲਿਆ। ਕਹਿੰਦੇ ਇੰਨੀ ਭਗਤੀ ਉਹਦੀ ਜ਼ਿਆਦਾ ਸੀ, ਉਹਦਾ ਸਰੀਰ ਨਹੀਂ ਲੱਭਿਆ। ਉੱਥੇ ਲੋਕਾਂ ਦੀ ਧਾਰਨਾ ਹੈ ਕਿ ਮੀਰਾ ਬਾਈ ਕ੍ਰਿਸ਼ਨ ਦੀ ਮੂਰਤੀ ਵਿੱਚ ਹੀ ਸਮਾ ਗਈ। ਖੈਰ ਕੀ ਹੋਇਆ ਇਹ ਪਰਮੇਸ਼ਰ ਜਾਣਦਾ, ਪਰ ਮੀਰਾ ਬਾਈ ਜਿਹੜੀ ਸਰੀਰ ਤਿਆਗ ਗਈ, ਪਰ ਭਗਤੀ ਨਹੀਂ ਛੱਡੀ। ਲਾਗੀ ਪ੍ਰੀਤ ਨ ਟੁੱਟੈ ਮੂਲੇ, ਹਰ ਅੰਤਰ ਬਾਹਰ ਰਹਾ ਭਰਪੂਰੇ, ਸਿਮਰ 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 ਗੁਣ ਗਾਵਾਂ, ਕਾਟੀ ਜਮਕੀ ਫਾਸਾ ਜੀਓ। ਐਸੇ ਗੁਣ ਗਾਉਣ ਲੱਗਿਆ ਹੁਣ ਮੈਂ ਕਿ ਜਮਾਂ ਦੀਆਂ ਫਾਂਸੀਆਂ ਵੀ ਕੱਟਣਾ। ਮਨ ਮੇਰੋ ਗਜ, ਮਨ ਨੂੰ ਗਜ ਵਾਂਗੂ ਸਿੱਧਾ ਕਰਕੇ, ਜੇਵਾ ਮੇਰੀ ਕਾਤੀ, ਜੀਵ ਨੂੰ ਕੈਂਚੀ ਬਣਾ ਕੇ। ਵਾਹਿਗੁਰੂ 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 ਜਪ ਕੇ ਮਪ ਮਪ ਕਾਟੋ ਜਮ ਕੀ ਫਾਸੀ। ਹੁਣ ਮੈਂ ਮਿਣ ਮਿਣ ਕੇ ਜਮਾਂ ਦੀਆਂ ਫਾਂਸੀਆਂ ਕੱਟਦਾ ਹਾਂ। ਭਗਤ ਨਾਮਦੇਵ ਕਹਿੰਦੇ ਕੱਪੜਾ ਵੀ ਕੱਟਦਾ, ਦਰਜੀ ਦਾ ਕੰਮ ਵੀ ਕਰਦਾ, ਦਰਜੀ ਦੇ ਕੰਮ ਦੇ ਨਾਲ ਨਾਲ ਕਹਿੰਦਾ ਮੈਂ ਫਾਂਸੀਆਂ ਵੀ ਕੱਟਦਾ ਆਪਦੀਆਂ, ਨਾਮ ਜਪ ਕੇ ਪਰਮੇਸ਼ਰ ਦਾ। ਚਾਹੇ ਉਹ ਰਾਮ ਜਪਦੇ ਸੀ, ਚਾਹੇ ਹਰੀ ਜਪਦੇ ਸੀ, ਚਾਹੇ ਗੋਬਿੰਦ ਵਿਠਲ ਜਪਦੇ ਸੀ, ਸਭ ਪਰਮੇਸ਼ਰ ਦੇ ਨਾਮ ਆ। ਸਾਨੂੰ ਵਾਹਿਗੁਰੂ ਜਪਣ ਦਾ ਹੁਕਮ ਹੈ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਹੁਣ ਮੈਂ ਉਹਦੇ ਨਾਲ ਮਿਲ ਗਿਆ ਹਾਂ ਕਿ ਜਮਾਂ ਦੀਆਂ ਫਾਂਸੀਆਂ ਕੱਟੀਆਂ ਗਈਆਂ। ਅੰਮ੍ਰਿਤ ਵਰਖੈ ਅਨਹਦ ਬਾਣੀ, ਹੁਣ ਤਾਂ ਅੰਮ੍ਰਿਤ ਦੀ ਵਰਸ਼ਾ ਹੋਣ ਲੱਗੀ ਹੈ। ਨਾਮਦੇਵ ਜਦੋਂ ਇਸ ਅਵਸਥਾ 'ਤੇ ਪਹੁੰਚੇ, ਇੱਕ ਦਿਨ ਬੈਠੇ ਬੈਠੇ ਸਿਖਰ ਦੁਪਹਿਰਾ ਜੇਠ ਹਾੜ ਦਾ ਮਹੀਨਾ, ਮਸਤੀ ਵਿੱਚ ਚਲੇ ਗਏ। ਔਰ ਮਸਤੀ ਵਿੱਚ ਜਾ ਕਰਕੇ ਬੈਠੇ ਬੈਠੇ ਕਹਿੰਦੇ ਆਹਾ ਆਨੰਦ ਆ ਗਿਆ। ਅਣਮੜਿਆ ਮੰਦਲ ਵਾਜੈ, ਢੋਲ ਵੱਜ ਰਿਹਾ ਪਰ ਮੜਿਆ ਹੋਇਆ ਨਹੀਂ। ਢੋਲ ਤਾਂ ਢਿੱਲਾ ਹੋ ਜੇ ਤਾਂ ਨਹੀਂ ਵੱਜਦਾ, ਤੇ ਬਿਨਾਂ ਮੜਿਆ ਕਿਵੇਂ ਵੱਜੂਗਾ ਬਈ। ਪਰ ਇਹ ਉਹਨਾਂ ਦੀ ਤੱਤ ਦੀ ਗੱਲ ਸੀ, ਅੰਦਰਲੀ ਗੱਲ ਸੀ। ਕੋਲੇ ਬੈਠੇ ਸਾਥੀਆਂ ਨਾਲ ਗੱਲ ਸਾਂਝੀ ਕਰਦੇ ਨੇ। ਅਣਮੜਿਆ ਮੰਦਲ ਵਾਜੈ, ਬਿਨ ਸਾਵਣ ਘਣ ਹਰ ਗਾਜੈ। ਬੱਦਲ ਗਰਜ ਰਹੇ ਨੇ, ਮੋਰ ਬੋਲ ਰਹੇ ਨੇ, ਅੰਮ੍ਰਿਤ ਵਰਖੈ ਅਨਹਦ ਬਾਣੀ। ਬਿਨਾਂ ਬੱਦਲਾਂ ਤੋਂ ਮੀਂਹ ਪੈ ਰਿਹਾ। ਅਣਮੜਿਆ ਮੰਦਲ ਵਾਜੈ ਬਿਨ ਸਾਵਣ, ਸਾਉਣ ਦਾ ਮਹੀਨਾ ਨਹੀਂ, ਜੇਠ ਹਾੜ ਦਾ ਮਹੀਨਾ ਸੀ ਬਾਹਰ, ਪਰ ਅੰਦਰ ਸਾਉਣ ਦਾ ਮਹੀਨਾ ਬਣ ਗਿਆ ਭਗਤ ਜੀ ਦੇ। ਬਿਨ ਸਾਵਣ ਘਨ ਹਰ ਗਾਜੈ, ਬਾਦਲ ਬਿਨ ਵਰਖਾ ਹੋਈ, ਬੱਦਲਾਂ ਤੋਂ ਬਗੈਰ ਹੀ ਮੀਂਹ ਪੈ ਰਿਹਾ।
वो साथी पुछदे कित्थे पै रहे आ महाराज, बाहर तो धुप निकली हुई आ, कोई बदल नहीं हैगे। भगत जी कहते जो तत्त विचारा कोई, जदों कोई अपने अंदर चलिया गया फिर पऊगा, को सतनाम सी। तो जिन्हां जिन्हां ने इस रस्ते चलना कीता उन्हां दे नाल ऐसे अनुभव हुंदे आ। ये अनुभव कराउण दा मतलब है कि तू सही जा रहे हैं, मतलब सतगुरु गाइड करदे इस बहाने सानू बई असीं सही जा रहे हैं या गलत जा रहे हैं। जे तुहाडे अनुभव भगतां नाल गुरबाणी नाल मिलदे आ तो तुसीं सही जा रहे हो, क्योंकि गुरबाणी ही गाइड करदी है, गुरबाणी गुरु है। प्रीतम जी कहते अमृत बरखै अनहद बाणी, मन तन अंतर शांत समाणी। अंदर शांति आ रही है, तृप्त अघाए मैं रज गया हाँ, मेरिया प्यासां खत्म हो गई, भाव संसार दियां वस्तुआं इकट्ठियां करन दी आदत भी खत्म हो गई है मेरी। को सतनाम पहला सीगी आ भी साडा होवे, आ भी साडा होवे, आ भी साडा होवे, इहो जी कार भी साडी होवे, पर हुण कहंदे हुण त्यागण दी आदत बन गई, हुण देण दी आदत बन गई, पहला खोण दी आदत सी। सतियां मन संतोख उपजै, देना कह विचार। नाम जपण वाले अंदर फिर आ भी लै जा, आ भी लै जा, वो किवें देण लग पे। आ वड्डे वड्डे मंत्री कोठे भरी बैठे आ, कौडी दे के राजी नहीं। को सतनाम नाले वाधू आ उन्हां कोले, उन्हां दी उम्र विच मुकना नहीं, इन्ना इकट्ठा करके बह गए, पर जनता मिलकी जाती है, 1 रुपया दे के राजी नहीं, बल्कि जिहड़ा साडे कोल बचदा वो भी खोण नूं फिरदे आ। को सतनाम श्री। ते गुरमुख है जिहड़े वो अणहोंदा आप वडाए, कोल है भी ना भी होवे तां भी कहणगे कोई सेवा लाओ, को सतनाम, कोई हुक्म करो, को ऐसा भगत सदाए। इहो जी भगती हुंदी है। बाबा फरीद जी निशानियां दसदे ने, अणहोंदा आप वंडाए, को ऐसा भगत सदाए, एक फिक्का ना गलाए। फिक्का ना गलाए गलदा नहीं, जिवें दाल दे विच कोकड़ू नहीं गलदा ते फिक्का बोलण वाला परमेश्वर दे चरनां विच नहीं गलदा, मिलदा नहीं उहदे विच। दाना गल के दाल बनदी है ना, सारे दाने नरम हो गए, पोले हो गए, मूंगी दे सब्जी स्वाद बन गई जी, उस एक कोकड़ू आ जाए तो सारी सब्जी खराब। को सतनाम श्री, सारी दाल खराब। एक फिक्का ना गलाए सबना मह सच्चा धनी, सारियां दे विच सच नाल जुड़िया होया धनी मालक बन जाता है, सत्कारयोग हो जाता, मतलब सलाउणयोग हो जाता, सत्कारयोग हो जाता है। सबना मैं सच्चा धनी, सारियां दे विचों प्रवान हो जाता है, सच नाल जुड़िया होया, पर फिक्का नहीं हुंदा। फिक्को फिक्का सदी है, फिक्का फिक्की सोए, फिक्का मूर्ख आखी है, पाना लय सजाए। एक फिक्का ना गलाए, बाबा फरीद जी कहते जिवें कोकड़ू नहीं गलदा, इस तरह ही फिक्का बोलण वाला भी परमेश्वर के चरनां विच पहुँच नहीं सकता, उन्होंने कोई प्रवान नहीं करता। प्रीतम जी अगे कहते हैं, मन तन अंतर शांत समाणी, तृप्त अघाए रहे जन तेरे। तेरे प्यारे रज गए हन, तृप्त भई सच भोजन खाया, मन तन रसना नाम ते आया। वो रज गए, तृप्त हो गए, जिन्हों ने मन करके तन करके रसना करके उसका नाम जपया, क्योंकि रजन वाली चीज़ होर सी ते खाई कुछ होर जाने आ ते रजीए किवें। को सतनाम। तुसी विआह दे विच जिन्नी मर्जी मिठाई खा लो, लेकिन रोटी बिना नहीं रजिया जाना। पेट की भुख, शरीर की भुख रोटी नाल मिटदी है, पर फिर भी असी भुखे। रोटियां भी 4 खादियां, सुबह शाम 3 टाइम भी खाने कई बारी, पर फिर भी भुखे। तो बाबा नानक कहता ये नहीं रजदा। भुखे आ भुख ना उतरी जे बन्ना पुरियां पार। वो किहड़ी भुख है? आशा तृष्णा की। वो तो फिर किसी की नहीं मुकदी, भावें घरे 7 पुश्तां का समान भी क्यों ना पिया होवे खाण वास्ते। 7 कुल्लां दा 100 साल की एक कुल है,
मन लो इन्ना समान घरे पिया होवे तां भी कहंदा थोड़ा है, कारण कि उन्हें जो प्राप्त करना सी वो नहीं प्राप्त किया, कुछ होर ही इकट्ठा करके बह गया। कोई सतनाम सी। रजन वाली वस्तु परमेश्वर का नाम सी, वो लिया नहीं गा। सोचा शायद घर में सारिया सहूलतां होण, कोठी होवे, कोठी विच AC होण, बैड होण चंगे लगे हुए, गर्मी सर्दी का सारा इंतजाम किया होवे, शायद फिर मैं सुखी हो जाऊँगा। पर बाबा जी नूं कलयुग कहंदा आ तू प्रचार जा बंद कर। जदों तू सिੱਖੀ ਦਾ ਇਹ शब्द का नाम का प्रचार करदा, ये दुनिया मेरे नाल टुटी जाती है, तू मेरियां वोटां ही तोड़ी जाना। अज दे कहण मुताबक मैं कह दियां, बाबा नानक जी कहते ये तो नहीं मैं बंद करता, ये तो मेरी ड्यूटी लगी है। उतो वो कहता मैं राजा कलयुग का, मेरा हुक्म चलता है, एक तू है मेरा हुक्म नहीं मनदा। बाबा जी कहते तैनूं राजा बना के भेजे है, मैनू उन्हें अपना सेवक बना के भेजे है, मेरी ड्यूटी प्रचार ते लाई है, तैनूं राज दिता है, तू आपदा राज कर, असीं आपदा काम करते हैं। कोई सतनाम सी। जां सिकदार है पवै जंजीरी तां चाकर हथों मरना, असीं नौकर हाँ उसदे, तू राजा है। पर जदों राजा गलत चल पे ना, वो नौकरां तो ही मारिया जाता है। कोई सतनाम सी। कलयुग नूं कहंदे आ तू राजा है, जे तू गलत चलेगा तैनूं मैं ही मारूंगा, मेरे नौकर मारनगे, मेरे सेवक मारनगे, मेरे सिख मारनगे। भाव भजन बंदगी दे नाल, सिमरन दे नाल, नाको काटी कानो काटी काट कूट के डारी, कौ कबीर संतन की बैर दीन लोक की प्यारी, यही मारना है। तो फिर कलयुग कहन लग्या तैनूं मैं ऑफर दिना, प्रवान कर ला। की कहना मैं सोने का घर बनवा देना तैनूं। अच्छा, बिच उहदे पलंगा लवा दूंगा चंदन का बनवा के, बिच कहते पोले गद्दे मोहनियां इस्त्रियां। बाबा जी कहते सारा कुछ मैं लै तो लवां, पर मैनू फिर परमेश्वर भुल जूगा। कोई सतनाम सी। तू दे तो देवेगा, मैं लै भी लवां। मत देख भूला बीसरा तेरा चित्र आवे नाओ। कलयुग कहना मैं तैनूं इन्नियां रिधियां सिद्धियां दे देवां, तू अपने आप नूं दुनिया विच पुजवाउणा ही चाहना, मैं तैनूं रिधियां सिद्धियां दे देवां। तू गुप्त जिथे मर्जी गुप्त हो जाए, जिथे मर्जी प्रगट हो जाए। ताकतां तां पहले बाबे नानक कोले आ। सुल्तानपुर तो अलोप होए न, मक्के जा प्रगट होए, मक्कियों अलोप होए, सुल्तानपुर बेबे नानकी दे घरे जा प्रगट होए। कोई सतनाम सी। ये तो ताकतां पहले ही हैगियां बाबा जी कोल। वो कहना मैं तैनूं दे देना, तैनूं ऐसी रिद्धि सिद्धि देऊँगा जिथे मर्जी गुप्त हो जाया कर, अलोप हो जाया कर, जिथे मर्जी प्रगट हो जाया कर। फिर तो ठीक आ। बाबा जी कहते सिद्ध होवा सिद्ध लाई रिद आखा आओ, गुप्त प्रगट होए बैसा लोक राखे भाओ। लोग मैनू बाबा जी कहणगे भी कमाल हो गई, आ तो गुप्त हो गया। जोगी यही कुछ करते सी, रिद्धियां सिद्धियां नाल लुक जाते सीगे। पर जिहड़े नाम जपण वाले आ, इन्हां रिद्धियां सिद्धियां नूं वरतदे ही नहीं गे। ये तो मिन्नतां करदियां, रिद्ध सिद्ध नावै की दासी, सानू वरतो। लोक राखै भाओ मत देख भूलां बीसरै तेरा चित ना आवे नाओ। यार पर इधरों फिर टुटदी आ, मैं इधरों तोड़नी नहीं चाहता गा। तोड़ी ना टूटे छुरी ना छुटे, ऐसी माधो खिंच तो नहीं जी आ टुट गई ना, फिर मैनू तेरे समान का कोई फायदा नहीं गा, तू रह नहीं दे। कोई सतनाम सी। कलयुग कहंदा तुसीं मेरी जनता की मुक्ति करन ते लगे हो, मेरी मुक्ति किवें होगी। फिर दोजों विच वड़न की सलाह की, जिवें सिਉਂਖ लकड़ दे विच वड़ के लकड़ नूं खत्म कर दी है ना। ये अखौती धर्म के मुखी जोड़े पखंडी जां आरीयन लोग जोड़े ब्राह्मण बन के भारत च आए, इन्हों ने फिर सिਉਂਖ बन के विच वड़ना किया। ये कलयुग होर कोई नहीं, इहो ही है। कहना मेरी मुक्ति किवें होगी, मैं भी तेरी संगत च आऊँगा। बाबा जी कहते गल सुन ला, मेरी संगत च नहीं आना, तू पिछे ही रही, तैनूं अंदर आउण दी आग्या नहीं हैगी। क्यों फिर मेरी मुक्ति किवें होगी। ये गल्लां बाबतां
बाबा जी नाल कित्थे होईयां? गुरुद्वारा नानकियाना साहिब संगरूर विखे। वो जंगल दे विच होईयां, वो जंगल सी उदों। जंगल दे विच कहंदे मिलाप होया कलयुग ते बाबे नानक दा, गल्लां बातां होईयां ते शब्द राग श्री राग दा पहला शब्द है गुरबाणी दे विच जो लिखिया गया पातशाह जी वल्लों। श्री राग दे विच शब्द लिखे है, मां देख भूलां विसरै तेरा चित न आवे नाओ। तो गुरु प्यारिओ फिर कलयुग कहन लग्या मेरा भी उद्धार करो। बाबा जी कहते नहीं, तैनू अंदर आउण दी आग्या नहीं। जय साधु गोबिंद भजन कीर्तन नानक नीत, ना हो ना तू न छुटै निकट न जायो दूत। कलयुग ने धर्मराज नूं कहा, धर्मराज ने जमदूतां नूं कहा भी तुसीं सत्संग विच रौला नहीं पाउणा जाके, ये हुक्म है अकाल पुरख दा, उहदे पैरोकार बाबे नानक दा हुक्म है, आपां नूं आपां उत्थे नहीं जाना। कलयुग कहना फिर मेरा उद्धार किवें होऊगा? वो कहन लगे तेरा उधार बस तू ना जो देग वरतेगी उथे डिग्या होया कणका चक के खा ली, मुक्ति हो जू तेरी। संगत विच रौल नहीं पाउणा जाके। तू कहो सतनाम। ये देखो ना कई बारी लंगर वरतदा जदों प्रशाद वरतदा कई थावां ते बड़ा रौला पै जांदा, बाबा मैनू दे, बाबा मैनू दे। उत्थे आके फिर रौला पा लैंदा। खैर मनोवृत्तियां उत्थे रखिए, समाप्ति वल होईए। प्रीतम जी कहते तृप्त अघाए रहे जन तेरे, पर परमेश्वर के प्यारे आराम नाल बैठे रहते आ, उन्होंने कोले गफा पहुँच जाता आटोमैटिकली। वो नहीं रौला पाउंदे क्योंकि रचे हुए आ, प्रशाद भी पहुँच जाता, किणका भी मिल जाता उन्होंने, पर वो कलयुग उत्थे नहीं पहुँच सकता, इस करके उत्थे रौला नहीं पैंदा। कोई सतनाम सी जिथे वो वाह चलती उत्थे रौला पा देंदा। तृप्त अघाए रहे जन तेरे, सतगुर किया दिलासा जियो। तेरे प्यारे हुण रज गए हैं, शांत हो गए हैं, टिक गए हैं, थिर कर बैसो हरजन वाली गल बन गई आ। तृप्त अघाए रहे जन तेरे, सतगुर किया दिलासा जियो। जिसका सा तिस ते फल पाया। फिर गुरु अर्जन देव जी नूं सिख संगतां पुछदियां, महाराज तुसीं ये दात कित्थों प्राप्त कीती? कहते ये दात उसे तो मिली जिहदा मैं बच्चा हाँ, एक पिता एक सके हम बारक, उसे ने दिती आ। ये दात भाव इन्हां नूं सतगुरु रामदास जी ने दिती आ। आपां सारे गुरु दे बच्चे हाँ, परमेश्वर दे पुत्र हाँ, इस करके आपां नूं भी उही देवेगा। आओ उहदे बणीए चरण ठाकुर घेरे दे समाणे, उहदे चरनां नूं हिरदे विच रखीए। ओ मैनूं रखीए जिवें पहलां मैं बेनती कीती भी जब किसी के घरों खंड पाठ सहज पाठ का भोग पा के महाराज जी चलते हैं तो बाणी सुनने वेले तो आते नहीं गए, बाबा जी आ भी करना है, वो भी करना है, तैयारी भी करनी है, भोग दी समान भी इकट्ठा करना जे वो। पर जो भोग पा के सुखासन करके तुरन लगते हैं, महाराज जी सीस ते ले लिया, फिर कहेंगे जी ए कमरे में भी चरण पा दिओ, इस कमरे च भी पा दिओ, पशुओं वाले पासे दी भी लंघ जाओ। को सतनाम। ऐदा थोड़े ही चरण पैने आ, चरण तो बाणी ने हिरदे विच वसना, वो पैने आ। सतगुर दे चरण गुरबाणी है, सतगुर दे दर्शन गुरबाणी है, सतगुर दा प्रकाश गुरबाणी दा ज्ञान है। सूरज वर्गा प्रकाश नहीं है, तो सूरज तो हज़ारां गुणा तेज है। को सतनाम सिंह। जे सो चंदा उगवे सूरज चढ़े हजार, इत्ते चरण होंदे आ गुर बिन घोर अंधार। मतलब ਇਹਦਾ मतलब है सूरजा चंद्रमा तो ज्ञान बहुत ज़्यादा प्रकाश करने वाला है, सोझी देने वाला। जिसका सा तिसते फल पाया, कहते ये फल मैनू उसे तो मिलिया जिहदा मैं हो गया। असी गुरु दे हो जाइए तो गुरु फल देवेगा, तो जे भाई कोई ठगा नहीं संगत करेगा, ठग आप दा फल देणगे, ठगियां मारन सिखा देणगे, चोर चोरियां करन सिखा देंगे, जैसी संगत वैसी रंगत। तो आखिरी पंक्ति में बाबा जी कहते जिसका साथ इसते फल पाया, कर कृपा प्रभ संग मिलाया। गुरु ने मालिक ने आपके नाल मिला लिया, जिमें गुरु गोबिंद सिंह जी ने भाई जोगे नूं मिला लिया। कोई सतनाम सिंह। जिमें गुरु गोबिंद सिंह महाराज जी ने भाई जोगे नूं विछड़ नहीं दिता गा, नहीं तो विछड़ जाता जी उत्थे ना जाके उन्होंने बचाउंदे, क्योंकि बचन होए सी तू मेरे जोगा तो मैं तेरे जोगा। जोगे ने गुरु की गल मन के लावां विचाले छड्ड के तुर पिया, तो फिर गुरु नूं भी बचाउणा पिया जदों रस्ते विच हुशियारपुर आके फसिया। खैर मनोवृत्तियां उत्थे रखीए।
कर किरपा प्रभ संग मिलाया। तो हुण की बनिया जी? हुण कहंदे की बनना? बस आना जाना खत्म हो गया, भजन दौड़ खत्म हो गई अपनी। आवन जान रहे बड़ भागी, नानक पूर्ण आसा जियो। कहंदे गुरु की किरपा हुई, हुण आना जाना खत्म हो गया, जमना मरना खत्म हो गया, मालक दे विच मिल के उहदा रूप हो गया। हर का सेवक सो हर जेहा, भेद न जानो मानस देहा। इसी पवित्र शब्द के विचार, अगले शब्द के विचार आप कल के दीवाना भी सरवण करांगे। फिर की होया जो आप दा बना लिया? मीह पया परमेश्वर पाया, एक नूं आपदा बना लिया, फिर ओहदे राही दुनिया के उत्ते काम किया। साध पठाए आप हर, जेडे ओहदे बन गए, फिर उन्हां दीयां ड्यूटियां ला के भेजदा, जाओ भी तुसीं जाओ, जाओ आ ड्यूटी करके आओ, कोई सतनाम आ काम करके आओ। साध पठाए आप हर, हम तुम ते नाही दूर। जिन्होंने आपदे बना लिया, उन्होंने अथॉरिटी देती। जिमें मंझ प्यारा गुरु को, गुरु मंझ प्यारा, मंझ गुरु का बोहता जग लंघनहारा। जिमें मंझ नूं अथॉरिटी देती। पंजवें पातशाह ने गले लाया, छाती नाल लाया, जो पास हो गया भाई मंझ, तो कहने वो तू तो मेरा रूप ही हो गया, हुण तो तेरी संगत करने वाले भी तर जाएंगे। कहो सतनाम। प्रीतम जी कहने, अगले शब्द की गल करदा मैं हुण। जदों वह सिख हरि विच मिल गया, हरि ने फिर उहदी ड्यूटी लाई, दोबारा अवतार दिता, भाव दोबारा मनुखा जामे च भेजिया उन्होंने। आ भगत आए, गुरसिख आए, परमेश्वर के प्यारे संत आए। ये फिर आके की करते हैं? उस परमेश्वर के नाम का मीह पाउंदे आ। मीह पया परमेश्वर पाया, जी जन सब सुखी पसाया। गया कलेश भया सुख साचा, हर हर नाम संभाली जियो। जिनके से तिन ही प्रतपारे, सृष्टि ओदी है, पालन वाला भी ओहो ही है। मेहरबान सह मेहरबान, सह मेरा मेहरबान, जी सगन को दे दान। तू काहे डोले प्राणियां, तुद राखेगा सिरजनहार। जिन पैदाइश तू किया सोई दे आधार। खैर ये विचार आप कल नूं सरवण करांगे। इत्थे रोकण की आग्या बख्शो, बोलदियां ने आखर बाद घाट हो जाते। सिख संगतां दी सतगुरु बख्शण योग है, बख्श लेना जी। समाप्ति करिए। बुलाओ फतेह पाओ फतेह। वाहिगुरु जी का खालसा, वाहिगुरु जी की फतेह। वाहिगुरु